चक्र चिन्ह अर वर्ण जात, अर पात निहन जह। रूप रंग अर रेख पेख, को कह न सकत केह। चल मूरत अनपव प्रकाश, अमितो जह जय। कोट इंद्र इंद्रान, साहे साहन गिन जय। त्रिभुवन मिहि सुर नर सुर, नेत नेत संबंध तिरण कहत। त्वै सर्वनाम कथय कवन, कर्म नाम वर्णत सुमत। हस कृपान खंडो खड़ग, चुबक तबरि अर तीर। सैफ सरोही सहसी, जह हमारे पीर। तीर तुही सैथी तुही, तुही तबर तरवार। नाम तिहारो जो जपै, पै सिंध पव पार। काल तुही काली तुही, तुही तेगी अर तीर। तुही निशानी जीत की, आज तुही जगवीर। खड्ग केत में शरण तिहारी, आप हाथ डाल्यो भारी। सर्व ठार मोह सहाई, दुष्ट दोखते लिहो बचाई। मुकुचरै शास्त्र खट, पिंग गिरन चढ़ जाय। अंध लखै बदरु सुनै, जो काल कृपा कराय। कहाँ बुद्ध प्रभु तुच्छ हमारी, बर न सकै महिमा जो तिहारी। हम न सकत कारो सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम सथा सुधारी। वाहेगुरु साहिब जीओ, नराज छंद बहुर बिखाद बाद्यं। किनी ना ताहे साध्यं, करम काल यो पई। सो भूम बंस ते गई, नराज छंद बहुर बिखाद बाद्यं। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, गुरु महाराज जी की बेनती बेअंत किरपा बख्शिश रहमत नाल आप संगत रूप जुड़ के गुरु कलगीधर पातशाह जी की महान पवित्र बाणी ਦੀਆਂ ਵਿਚਾਰਾਂ कर रहे हाँ।
ਅਤੇ ਵਿਚਾਰਾਂ ਕਰਕੇ ਲਾਹੇ ਹਾਸਲ ਕਰ ਰਹੇ ਹਾਂ। ਇਹ ਵਿਚਾਰ ਮੁੱਢ ਤੋਂ ਹੀ ਕਾਫੀ ਸਮੇਂ ਤੋਂ ਪ੍ਰਾਰੰਭ ਹੋਈ ਹੈ। ਉਹ ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਦੁਆਰਾ ਜਿਨ੍ਹਾਂ ਨੇ ਕਾਸ਼ੀ ਵਿੱਚ ਜਾ ਕੇ ਵੇਦ ਪੜ੍ਹਨਾ ਕੀਤੇ ਉਹ ਬੇਦੀ ਕਹਾਏ ਕਿ ਉਹਨਾਂ ਨੇ ਜਿਹੜਾ ਧਰਮ ਰੂਪ ਕਰਮ ਹੈ ਉਹਦੇ ਚੰਗੀ ਤਰ੍ਹਾਂ ਲੋਕਾਂ ਨੂੰ ਚਲਾਇਆ। ਇੱਧਰ ਜਿਹੜੇ ਉਹ ਲਹੂ ਦੇ ਕੁਲ ਦੇ ਸਨ ਉਹਨਾਂ ਨੇ ਜਦੋਂ ਪਤਾ ਕੀਤਾ ਵੀ ਉਹ ਵੇਦ ਪੜ੍ਹ ਗਏ ਹਨ ਤੇ ਵੇਦੀ ਭਗਵਾਨ ਬ੍ਰਹਮ ਗਿਆਨੀ ਬਣ ਗਏ। ਇਸ ਤਰ੍ਹਾਂ ਫਿਰ ਉਹਨਾਂ ਨੂੰ ਦੂਤ ਭੇਜ ਕੇ ਆਪਣੇ ਕੋਲ ਬੁਲਾ ਲਿਆ ਵੀ ਆਪਾਂ ਭਰਾ ਹੀ ਹੈ। ਉਹ ਕਾਗਜ਼ ਪੜ੍ਹ ਕੇ ਕਹਿਣ ਕਰਕੇ ਫਿਰ ਉਹ ਵੇਦੀ ਇੱਥੇ ਇਹਨਾਂ ਕੋਲ ਆ ਗਏ ਪੰਜਾਬ ਵਿੱਚ। ਇਹ ਵੇਦਾਂ ਦੀ ਕਥਾ ਸੁਣਨੀ ਸ਼ੁਰੂ ਕਰ ਦਿੱਤੀ, ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪਹਿਲਾਂ ਸ਼ਾਮ ਵੇਦ, ਫਿਰ ਰਿਗਵੇਦ, ਫਿਰ ਜਿਹੜਾ ਯਜੁਰਵੇਦ ਹੈ ਇਹ ਤਿੰਨ ਸੁਣੇ ਤੇ ਚੌਥਾ ਜਿਹੜਾ ਅਥਰਵਣ ਵੇਦ ਉਹ ਪੜ੍ਹ ਕੇ ਸੁਣਾਇਆ, ਕਥਾ ਕੀਤੀ, ਖੁਸ਼ ਹੋ ਗਏ। ਫਿਰ ਰਾਜ ਭਾਗ ਸਾਰਾ ਇਹਨਾਂ ਦੇ ਸਪੁਰਦ ਕਰ ਦਿੱਤਾ ਤੇ ਰਾਜ ਨੇ ਆਪ ਬਨੋਬਾਸ ਲੈ ਲਿਆ, ਬੰਦਗੀ ਕਰਨ ਚਲਿਆ ਗਿਆ। ਇਹ ਜਿਹੜੇ ਵੇਦੀ ਸੀ ਹੁਣ ਬ੍ਰਹਮ ਗਿਆਨੀ ਬਣ ਚੁੱਕੇ ਸਨ। ਇਸ ਕਰਕੇ ਫਿਰ ਆਉਣ ਵਾਲੇ ਭਵਿੱਖ ਸਮੇਂ ਦਾ ਇਹਨਾਂ ਨੂੰ ਪਤਾ ਚੱਲ ਗਿਆ ਸੀ। ਉਸ ਵੇਲੇ ਫਿਰ ਜਾਣ ਸਮੇਂ ਇਸਨੇ ਉਹ ਰਾਜੇ ਨੂੰ ਕਿਹਾ ਸੀ ਵੀ ਸਾਥੋਂ ਤੂੰ ਆਹ ਤਿੰਨ ਵੇਦ ਸੁਣ ਕੇ ਕਥਾ ਸੁਣ ਕੇ ਜਦੋਂ ਚੌਥਾ ਵੇਦ ਸੁਣ ਕੇ ਸਾਨੂੰ ਸਾਰਾ ਰਾਜ ਭਾਗ ਦੇ ਦਿੱਤਾ ਹੈ। ਕੋਈ ਸਮਾਂ ਹੋਊਗਾ ਕਲਯੁਗ ਦੇ ਵਿੱਚ ਵੀ ਸਾਡੀ ਕੁਲ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਨਾਮ ਰਖਾ ਕੇ ਅਵਤਾਰ ਧਾਰਨਗੇ। ਇਸ ਤਰ੍ਹਾਂ ਉਹ ਤਿੰਨ ਸਰੂਪ ਧਾਰਨਗੇ। ਫਿਰ ਚੌਥਾ ਵੇਦ ਸੁਣ ਕੇ ਤੇ ਸਾਨੂੰ ਰਾਜ ਭਾਗ ਦੇ ਦਿੱਤਾ ਹੈ। ਇਸ ਤਰ੍ਹਾਂ ਉਹ ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਰੂਪ ਹੋ ਕੇ ਫਿਰ ਤੁਹਾਡੀ ਜਿਹੜਾ ਕੁਲ ਦਾ ਕੋਈ ਹੋਏਗਾ ਨਾ ਉਹ ਚੌਥਾ ਗੁਰੂ ਹੋਵੇਗਾ। ਤੁਹਾਡੀ ਕੁਲ ਦੇ ਜੋ ਗੁਰੂ ਰਾਮਦਾਸ ਸਾਹਿਬ ਜੀ ਹੋਣਗੇ ਸੋਢ ਕੁਲ ਦੇ, ਉਹਨਾਂ ਨੂੰ ਉਹ ਕਰਤਾ ਗੱਦੀ ਉੱਪਰ ਸਥਾਪਿਤ ਕਰਨਗੇ। ਇਸ ਤਰ੍ਹਾਂ ਦੇ ਜਾਣੀ ਅਪੇਖਿਤ ਬਚਨ ਇਹ ਬੇਦੀਆਂ ਨੇ ਕਹਿ ਦਿੱਤੇ ਵੀ ਹੋਊਗਾ ਆਉਣ ਵਾਲੇ ਸਮੇਂ ਵਿੱਚ। ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਗੁਰੂ ਕਲਗੀਧਰ ਜੀ ਨੇ ਜਿਵੇਂ ਸਿੰਘਾਂ ਨੂੰ ਸੁਣਾਇਆ ਸੀ ਉਹ ਕੱਲ੍ਹ ਦੇ ਜੀਵਨ ਵਿੱਚ ਆਪਾਂ ਪੜ੍ਹਿਆ ਸੁਣਿਆ ਲਾ ਲਿਆ ਹੈ। ਇਸ ਤੋਂ ਬਾਅਦ ਫਿਰ ਇਹਨਾਂ ਦਾ ਰਗੜਾ ਝਗੜਾ ਵੱਧ ਗਿਆ ਸੀ। ਜਿਨ੍ਹਾਂ ਬੇਦੀਆਂ ਨੇ ਰਾਜ ਭਾਗ ਪ੍ਰਾਪਤ ਕੀਤਾ ਆਉਣ ਵਾਲੀ ਕੋਲ ਵਿੱਚ ਫਿਰ ਕੋਈ ਰਗੜਾ ਝਗੜਾ ਵੱਧ ਗਿਆ। ਉਹ ਇੰਨਾ ਰਗੜਾ ਝਗੜਾ ਗਿਆ ਰਾਜ ਭਾਗ ਵੀ ਕਿਧਰੇ ਚਲਿਆ ਗਿਆ, 20 ਪਿੰਡ ਹੀ ਰਹਿ ਗਏ ਸੀ ਕੋਲ। ਉਹ ਅੱਜ ਜਿਹੜਾ ਇਹ ਪੰਜਵਾਂ ਅਧਿਆਏ ਉਹਦੇ ਵਿੱਚ ਸਾਰਾ ਕਥਨ ਹੋ ਰਿਹਾ ਹੈ।
और जिमें भी ये प्रसंग आ रहा है वो आप सारे मन लाग के सुनिए जी। ਬਹੁਰ ਬਿਖਾਦ ਬਾਧਿਅੰ कहते फिर इसे तरह जी बेदियां की अंस बंस है ਉਹਦੇ ਵਿੱਚ ਆਪੋ ਵਿੱਚ ਹੀ ਝਗੜਾ ਵੱਧ ਗਿਆ ਹੈ। ਕਿਨੀ ਨ ਤਾਹਿ ਸਾਧਿਅੰ ਤੇ ਉਹ ਝਗੜੇ ਨੂੰ ਕੋਈ ਕਹਿੰਦੇ ਸਾਧਿਓ ਕੀ ਇਹ ਕੰਟਰੋਲ ਨਹੀਂ ਕਰ ਸਕਿਆ ਹੈ, ਬਸ ਵਿੱਚ ਨਹੀਂ ਕਰ ਸਕਿਆ, ਸਾਧਿਓ ਕੇ ਮਿਟਾ ਨਹੀਂ ਸਕਿਆ ਹੈ। ਕਰਮ ਕਾਲ ਯਉ ਪਈ ਹਾਂ, ਕਰਮ ਦੀ ਕਾਲ ਕੀ ਹੈ ਜਿਹੜੀ ਗਤੀ ਹੈ, ਨੇਤ ਹੈ, ਇਸ ਤਰ੍ਹਾਂ ਦੀ ਕਹਿੰਦੇ ਹੋ ਗਈ ਹੈ। ਸੋ ਭੂਮ ਬੰਸ ਤੇ ਗਈ ਕੀ ਹੋ ਗਈ ਕਾਲ ਦੀ ਨੇਤ, ਕੀ ਹੋ ਗਈ ਕਾਲ ਦੀ ਗਤੀ ਵੀ ਵੇਦੀਆਂ ਦੀ ਬੰਸ ਦੇ ਵਿੱਚੋਂ ਇਹ ਜਿਹੜੀ ਧਰਤੀ ਹੈ ਚਲੀ ਗਈ। ਭਾਵ ਕਿ ਇਹ ਧਰਤੀ ਦਾ ਰਾਜ ਇਹਨਾਂ ਦੇ ਕੋਲੋਂ ਚਲਿਆ ਗਿਆ। ਦੋਹਰਾ ਵਿਪਰ ਕਰਤ ਭੈ ਸੂਦਰ ਬ੍ਰਿਤ। ਇੱਥੇ ਹਰਾਰਾ ਹੈਗਾ ਮੇਰੇ ਕੋਲ ਤਾਂ ਮੇਸਿਆ ਹੈ, ਮੇਰੇ ਕੋਲ ਹੇਠਾਂ ਮੇਸਿਆ ਹੋਇਆ ਵਿਪ ਕਰਤ ਭੈ ਸੂਦਰ ਬ੍ਰਿਤ। ਸਰੂਪ ਤੇ ਦੇਖ ਲਈ ਵਿਪ ਕਰਤ ਸੂਦਰ ਬਿਰਤ। ਕਹਿੰਦੇ ਵਿਪ ਜਿਹੜੇ ਬ੍ਰਾਹਮਣ ਲੋਕ ਸੀ ਉਹ ਆਪਣਾ ਧਰਮ ਇਮਾਨ ਛੱਡ ਗਏ, ਆਪਣੇ ਅਸੂਲ ਛੱਡ ਗਏ। ਉਹ ਕਲਯੁਗ ਦਾ ਪ੍ਰਭਾਵ ਕਰਕੇ, ਕਲਯੁਗ ਦਾ ਪਹਿਰਾ ਹੋਣ ਕਰਕੇ ਇਹਨਾਂ ਦੀ ਵੀ ਮੱਤ ਮਾਰੀ ਗਈ ਬ੍ਰਾਹਮਣਾਂ ਦੀ। ਕਹਿੰਦੇ ਉਹ ਕੀ ਕਰਨ ਲੱਗ ਪਏ, ਵਿਪ ਕਰਤ ਭੈ ਸੂਦਰ ਬਿਰਤ। ਜਿਹੜੇ ਬ੍ਰਾਹਮਣ ਲੋਕ ਸੀ ਜਿਨ੍ਹਾਂ ਦਾ ਕਰਮ ਧਰਮ ਸੀ, ਵੇਦ ਪੜ੍ਹਨੇ ਤੇ ਪੜ੍ਹਾਉਣੇ, ਜਗ ਕਰਨਾ ਤੇ ਕਰਾਉਣਾ, ਦਾਨ ਦੇਣਾ ਵੀ ਤੇ ਦਾਨ ਲੈਣਾ ਵੀ, ਇਹ 6 ਕਰਮ ਬ੍ਰਾਹਮਣ ਦਾ ਦੇ ਸੀ ਵੀ ਇਹ ਜ਼ਰੂਰੀ ਕਰਨਾ ਹੈ। ਜੇ ਉਹ 6 ਕਰਮ ਕਰਦਾ ਤਾਂ ਬ੍ਰਾਹਮਣ ਹੈ। ਵੇਦ ਪੜ੍ਹਦਾ ਵੀ ਹੈ ਤੇ ਵੇਦ ਕਿਸੇ ਨੂੰ ਪੜ੍ਹਾਉਂਦਾ ਵੀ ਹੈ ਤੇ ਜਗ ਕਰਦਾ ਵੀ ਹੈ ਤੇ ਲੋਕਾਂ ਤੋਂ ਪ੍ਰੇਰ ਕੇ ਕਰਾਉਂਦਾ ਵੀ ਹੈ। ਜਗ ਵੀ ਕਰੋ ਬਈ। ਇਹ ਕਈ ਵਾਰੀ ਹੁੰਦਾ ਵੀ ਲੋਕਾਂ ਨੂੰ ਤਾਂ ਕਹੀ ਜਾਂਦਾ ਕਰੋ ਪੁੰਨ ਦਾਨ, ਆਪ ਨਹੀਂ ਕਰਦਾ ਹੁੰਦਾ, ਜਾਂ ਆਪ ਤਾਂ ਪੜ੍ਹ ਲੈਂਦਾ ਹੈ ਕਿਸੇ ਨੂੰ ਨਹੀਂ ਪੜ੍ਹਾਉਂਦਾ ਹੈ। ਜਿਵੇਂ ਕਈ ਵਿਦਵਾਨ ਐਸਾ ਉਹਨਾਂ ਦਾ ਸੁਭਾਅ ਹੈ, ਉਹ ਨਹੀਂ ਅੱਗੇ ਕਿਸੇ ਨੂੰ ਪੜ੍ਹਾਉਂਦੇ। ਉਹ ਜਿਵੇਂ ਇਸ ਤਰ੍ਹਾਂ ਹੀ ਕੋਈ ਇਹੋ ਜਿਹਾ ਸੀਗਾ, ਉਹ ਆਪ ਤਾਂ ਬੜਾ ਵਿਦਵਾਨ ਸੀ ਤੇ ਜਿਹੜੇ ਕੋਈ ਪੜ੍ਹਨ ਵਾਲੇ ਉਹਦੇ ਕੋਲ ਆਉਂਦੇ ਉਹਨਾਂ ਨੂੰ ਕਹਿੰਦਾ ਵੀ ਮੇਰੀ ਸੇਵਾ ਕਰੋ, ਫਿਰ ਯੋਗ ਦੇਖ ਕੇ ਤੁਹਾਨੂੰ ਮੈਂ ਪੜ੍ਹਾਊਂਗਾ। ਤੇ ਉਹ ਐਂ ਕਰਾਈ ਜਾਂਦਾ, ਆਪਣੀ ਮੁੱਠੀ ਚਾਪੀ ਖਾਈ ਪੀ ਜਾਂਦਾ, ਪੜ੍ਹਾਉਂਦਾ ਨਾ। ਇੱਕ ਵਿੱਚੋਂ ਇਹੋ ਜਿਹਾ ਤੇਜ ਸਰਾਰਾ ਸੀ, ਉਹਨੇ ਫਿਰ ਤਾਨਾ ਜਿਹਾ ਮਾਰਿਆ, ਕਹਿੰਦੇ ਨਾ ਪੜ੍ਹਾਸਾਂ ਨਾ ਸਰਾ ਖਾਸਾਂ, ਗੁਣ ਨਾਲ ਲੈ ਕੇ ਮਰਸਾਂ। ਕਹਿੰਦੇ ਨਾ ਵੀ ਤੂੰ ਪੜ੍ਹਾਉਂਦਾ ਨਾ ਕਿਸੇ ਨੂੰ ਕੁਛ ਸਿਖਾਉਣਾ, ਕਿਉਂਕਿ ਜੇ ਕਿਸੇ ਨੂੰ ਪੜ੍ਹਾ ਕੇ ਕੁਛ ਸਿਖਾ ਦਿੱਤਾ, ਕਈਆਂ ਨੂੰ ਇਹ ਹੈ ਵੀ ਇਹ ਮੇਰੇ ਬਰਾਬਰ ਦਾ ਹੋ ਗਿਆ, ਕਿ ਮੇਰੀ ਗੱਦੀ ਨਾ ਖੋਲੇ। ਉਹ ਜਿਵੇਂ ਸੰਤ ਬਾਬਾ ਅਮੀਰ ਸਿੰਘ ਕੋਲ ਵੀ ਇਹੋ ਜਿਹਾ ਕੋਈ ਆਇਆ ਸੀ, ਆਖਣ ਲੱਗਾ ਮਹਾਰਾਜ ਇਹ ਤੁਸੀਂ 25 ਰੱਖੇ ਪੜ੍ਹਾਈ ਜਾਂਦੇ ਇਹਨਾਂ ਨੂੰ, ਇਹ ਨਾ ਪੜ੍ਹਾਓ, ਇਹਨਾਂ ਨੂੰ ਅਨਪੜ੍ਹ ਰੱਖੋ। ਕਹਿੰਦੇ ਵੀ ਕੀ ਗੱਲ ਹੈ, ਕਹਿੰਦੇ ਜੇ ਪੜ੍ਹਾਤੇ ਫਿਰ ਵੀ ਕਹਿੰਦੇ ਇੱਕ ਤਾਂ ਤੁਹਾਡੇ ਬਰਾਬਰ ਦੇ ਹੋ ਜਾਣਗੇ, ਦੂਜਾ ਘੱਟ ਆਏ ਫਿਰ ਇਹਨਾਂ ਨੇ ਫਿਰ ਤੁਹਾਡੀ ਸੇਵਾ ਨਹੀਂ ਕਰਨੀ। ਜੇ ਅਨਪੜ੍ਹ ਰੱਖੋਗੇ ਸੇਵਾ ਵੀ ਕਰਦੇ ਰਹਿਣਗੇ, ਅਨਪੜ੍ਹ ਰੱਖੋਗੇ ਨਹੀਂ ਪੜ੍ਹਾਓਗੇ ਫਿਰ ਤੁਹਾਡੀ ਬਰਾਬਰੀ ਨਹੀਂ ਕਰਨਗੇ, ਬਰਾਬਰ ਨਹੀਂ ਹੋਣਗੇ। ਬਾਕੀ ਫਿਰ ਇਹ ਤੀਜੀ ਗੱਲ ਹੈ ਵੀ ਇਹ ਤੁਹਾਡੇ ਜੋਗੇ ਨਹੀਂ ਰਹਿਣੇ,
ਵੀ ਹੋਰ ਕਿਸੇ ਦੇ ਬਣ ਜਾਣਗੇ। ਪੜ੍ਹ ਲੈ ਕੇ ਤਾਂ ਫਿਰ ਉਹ ਚਲੇ ਹੀ ਜਾਂਦਾ ਨਾ ਉੱਥੋਂ। ਉਹ ਮਹਾਤਮਾ ਚੰਗੇ ਬੰਦਗੀ ਵਾਲੇ ਸੀ, ਉਹ ਹੱਸ ਕੇ ਕਹਿਣ ਲੱਗੇ ਵੀ ਇਸੇ ਕਰਕੇ ਤਾਂ ਮੈਂ ਪੜ੍ਹਾਈ ਲਿਖਾਈ ਜਾਂਦਾ ਵੀ ਇਹ ਸਾਡੇ ਜੋਗੇ ਨਾ ਰਹਿਣ, ਇਸੇ ਕਰਕੇ ਤਾਂ ਪੜ੍ਹਾਉਂਦਾ ਵੀ ਮੇਰੇ ਬਰਾਬਰ ਦੇ ਬਣ ਜਾਣ, ਇਹ ਇਹੋ ਜਿਹਾ ਮੈਂ ਇਹੋ ਜਿਹਾ ਬਣ ਜਾਣ, ਜਿਵੇਂ ਮੈਂ ਕਥਾ ਕਰਦਾ ਗੁਰਬਾਣੀ ਦੀ, ਇਤਿਹਾਸ ਦੀ, ਇਵੇਂ ਇਹ ਵੀ ਵਿਦਵਾਨ ਬਣ ਕੇ ਲੋਕਾਂ ਨੂੰ ਗੁਰੂ ਕੀ ਬਾਣੀ ਸੁਣਾਉਣ, ਗੁਰੂ ਕਾ ਇਤਿਹਾਸ ਸੁਣਾਉਣ। ਮੇਰੇ ਜੋਗੇ ਭਾਵੇਂ ਨਾ ਰਹਿਣ, ਮੈਂ ਤਾਂ ਚਾਹੁੰਦਾ ਵੀ ਆਪਣੇ ਜੋਗੇ ਬਣ ਜਾਣ, ਮੇਰੇ ਤੇ ਨਾ ਨਿਰਪਣ, ਮੇਰੇ ਮੂੰਹ ਵੱਲੀ ਨਾ ਮਗਰੋਂ ਝਾਕਣ। ਉਹ ਹੁਣ ਉਹਦਾ ਇਹ ਖਿਆਲ ਆ ਵੀ ਨਾ ਪੜ੍ਹਨਾ ਨਾ ਪੜ੍ਹਾਉਣਾ ਹੈ। ਤੇ ਕਈ ਇਸ ਤਰ੍ਹਾਂ ਦੇ ਹੁੰਦੇ। ਅਜਿੱਥੇ ਵਿੱਚ ਵੀ ਇੱਕ ਰਾਗੀ ਸਿੰਘ ਹੁੰਦਾ ਸੀ, ਗਿਆਨੀ ਗੁਰਬਚਨ ਸਿੰਘ ਜੀ ਨੇ ਉਹਦੇ ਸੰਬੰਧ ਵਿੱਚ ਲਿਖਿਆ ਵੀ ਉਹਨੇ ਨਹੀਂ ਕੋਈ ਸਿਖਾਇਆ ਕਿਸੇ ਨੂੰ ਰਾਗ, ਉਹ ਹੀ ਰਿਹਾ, ਕਹਿੰਦਾ ਮੈਂ ਸਿਖਾਤਾ ਤਾਂ ਮੇਰੇ ਬਰਾਬਰ ਦਾ ਬਣ ਜੂ, ਇਹ ਮੇਰਾ ਬਾਜਾ ਖੋਲੂ, ਮੈਂ ਫਿਰ ਕੀ ਕਰੂੰਗਾ। ਉਹ ਨਹੀਂ ਸਿਖਾਇਆ ਹੈ, ਕਿਉਂ ਵੀ ਉਹ ਜਿਹੜਾ ਬ੍ਰਾਹਮਣ ਉਹੀ ਹੈ ਜਿਹੜਾ ਕੋਈ ਜਗ ਕਰਦਾ ਕਰਾਉਂਦਾ, ਵੇਦ ਪੜ੍ਹਦਾ ਤੇ ਪੜ੍ਹਾਉਂਦਾ ਵੀ ਹੈ, ਦਾਨ ਦਿੰਦਾ ਵੀ ਹੈ ਤੇ ਦਾਨ ਲੈਂਦਾ ਵੀ ਹੈ। ਇਹ ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਉਹ ਬ੍ਰਾਹਮਣ ਹੈ ਨਾ, ਉਹਨਾਂ ਨੇ ਆਪਣਾ ਜਿਹੜਾ ਇਹ ਕਰਮ ਕਰਕੇ ਉਪਜੀਵ ਕਰਨੀ ਸੀ ਨਾ, ਗੁਜ਼ਾਰਾ ਕਰਨਾ ਸੀ, ਉਹ ਛੱਡ ਦਿੱਤਾ। ਕੀ ਕਰਨ, ਇੰਨੇ ਵਿਗੜ ਗਏ ਬ੍ਰਾਹਮਣ ਕਲਯੁਗ ਦੇ ਪ੍ਰਭਾਵ ਕਰਕੇ, ਵਿਪ ਕਰਤ ਸੂਦਰ ਬਿਰਤ, ਫਿਰ ਸੂਦਰਾਂ ਵਾਲੀ ਉਪਜੀਵ ਕਰਨ ਲੱਗ ਪਏ। ਜਿਵੇਂ ਨੀਵੇਂ ਲੋਕ ਦਿਹਾੜੀਆਂ ਦੂਰੀਆਂ ਨੇ ਕਰਦੇ ਹੈ, ਕਿਸੇ ਦਾ ਕੋਈ ਰਸੋਈ ਖਾਨੇ ਦਾ ਕੰਮ ਕਰੀ ਜਾਂਦੇ ਹੈ, ਕੋਈ ਆ ਕੱਪੜੇ ਧੋਈ ਜਾਂਦੇ ਹੈ, ਕੋਈ ਭੰਗੀ ਜੇ ਬਣ ਕੇ ਲੈਟਰੀਨਾਂ ਦੀ ਸਫਾਈ ਕਰੀ ਜਾਂਦੇ, ਝਾੜੂ ਮਾਰੀ ਜਾਂਦੇ। ਵੀ ਇਸ ਤਰ੍ਹਾਂ ਵੀ ਬ੍ਰਾਹਮਣ ਲੋਕ ਕਹਿੰਦੇ ਰਸੋਈਆਂ ਕਰਨ ਲੱਗ ਪਏ। ਇਹ ਇਸ ਤਰ੍ਹਾਂ ਉਹ ਝੋਟੇ ਘੁੱਟ ਜੇ ਬਣ ਗਏ। ਉਹ ਸੂਦਰ ਜਿਹੜੇ ਕਰਮ ਆ, ਉਹਨਾਂ ਕਰਮੇ ਜਿਹੜੇ ਬ੍ਰਾਹਮਣ ਕਰਨ ਲੱਗ ਪਏ, ਆਪ ਦੂਜਿਆਂ ਦੀ ਸੇਵਾ, ਰਸੋਈ ਖਾਨੇ, ਦੂਜਿਆਂ ਦਾ ਅਧੀਨ ਹੋ ਕੇ ਕੋਈ ਆਪਣਾ ਗੁਜ਼ਾਰਾ ਕਰਨਾ, ਇਸ ਤਰ੍ਹਾਂ ਇਹ ਬ੍ਰਾਹਮਣ ਕਰਨ ਲੱਗ ਪਏ ਹਨ। ਛਤਰੀ ਬੈਸਨ ਕਰਮ, ਜਿਹੜੇ ਛਤਰੀ ਉਹਨਾਂ ਦਾ ਕਰਮ ਹੁੰਦਾ ਵੀ ਸ਼ਾਸਤਰਾਂ ਦਾ ਅਭਿਆਸ ਕਰਦੇ ਰਹਿਣਾ। ਤੇ ਇਸੇ ਤਰ੍ਹਾਂ ਕਿਸੇ ਰਾਜੇ ਮਹਾਰਾਜੇ ਕੋਲ ਜਾ ਕੇ ਭਰਤੀ ਹੋ ਜਾਣਾ। ਰੋਸੇ ਜਦੋਂ ਜੰਗ ਹੋਵੇ ਫਿਰ ਸ਼ਸਤਰ ਚਲਾਉਣੇ ਤੇ ਇਸ ਤਰ੍ਹਾਂ ਜੰਗ ਜਿੱਤਣੇ। ਜਿਹੜੇ ਕੋਈ ਦੁਸ਼ਟ ਲੋਕ ਉਹਨਾਂ ਨੂੰ ਸਾਧਨਾ, ਗਰੀਬ ਦੀ ਰਕਸ਼ਾ ਕਰਨੀ, ਇਹ ਛਤਰੀ ਦਾ ਕਰਮ ਸੀ। ਕਹਿੰਦੇ ਉਹਨਾਂ ਨੇ ਛਤਰੀਆਂ ਵਾਲਾ ਕਰਮ ਛੱਡ ਕੇ ਬੈਸਾਂ ਵਾਲਾ ਕਰਮ ਸ਼ੁਰੂ ਕਰ ਦਿੱਤਾ। ਬੈਸਾਂ ਦਾ ਕਰਮ ਹੈ, ਧਰਮ ਹੈ ਵੀ ਬਣਜ ਕਰਨਾ। ਇੱਧਰੋਂ ਪਸ਼ੂ ਡੰਗਰ ਖਰੀਦ ਲਏ, ਉੱਧਰ ਜਾ ਕੇ ਵੇਚਤੇ, ਜਾਂ ਕੋਈ ਖੇਤੀ ਕਰਨੀ, ਇਹ ਬੈਸਾਂ ਦਾ ਕਰਮ ਧਰਮ ਸੀ। ਉਹ ਕਹਿੰਦੇ ਜਿਹੜੇ ਛਤਰੀ ਜਿਹਨਾਂ ਦਾ ਕੰਮ ਸੀ ਨਾ, ਜੰਗ ਯੁੱਧ ਕਰਨੇ, ਸ਼ਸਤਰਾਂ ਦਾ ਅਭਿਆਸ ਕਰਨਾ, ਅਫਸਰ ਬਣ ਕੇ, ਕਮਾਂਡਰ ਬਣ ਕੇ, ਫੌਜ ਵਿੱਚ ਭਰਤੀ ਹੋ ਕੇ, ਉਹ ਇਹ ਛੱਡ ਕੇ ਬੈਸਾਂ ਵਾਲੇ ਕਰਨ ਲੱਗ ਪਏ। ਉਹਨਾਂ ਨੇ ਬਣਜ ਪਸ਼ੂ ਡੰਗਰ ਚਾਰਨੇ ਸ਼ੁਰੂ ਕਰ ਦਿੱਤੇ, ਵੇਚਣੇ ਸ਼ੁਰੂ ਕਰ ਦਿੱਤੇ, ਖੇਤੀ ਕਰਨ ਲੱਗ ਪਏ, ਉਹ ਬੈਸਾਂ ਵਾਲੇ ਕਰਮ ਕਰਨ ਲੱਗ ਪਏ। ਬੈਸ ਕਰਤ ਭਏ ਛਤਰ ਬ੍ਰਿਤ, ਜਿਹੜੇ ਵੈਸ ਸੀ ਉਹ ਛਤਰੀਆਂ ਵਾਲਾ ਕੰਮ ਕਰਕੇ ਬਿਰਤੀ ਕਰਨ ਲੱਗ ਪਏ, ਉਪਜੀਵ ਗੁਜ਼ਾਰਾ ਕਰਨ ਲੱਗ ਪਏ। ਉਹਨਾਂ ਨੇ ਜਿਹੜਾ ਕੋਈ ਬਣ ਜਾਏ ਤੇ ਖੇਤੀ ਕਰਨੀ ਛੱਡ ਕੇ ਸ਼ਸਤਰ ਫੜ ਲਏ, ਸ਼ਸਤਰਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਰਾਜੇ ਕੋਲ ਜਾ ਕੇ ਭਰਤੀ ਹੋ ਕੇ, ਨੌਕਰ ਹੋ ਕੇ, ਉਹ ਸੂਰਬੀਰ ਬਹਾਦਰ ਬਣ ਕੇ ਰਹਿਣ ਲੱਗ ਪਏ। ਉਹ ਛਤਰੀਆਂ ਵਾਲਾ ਕਰਮ ਜਿਹੜਾ ਵੈਸਾਂ ਨੇ ਕਰ ਲਿਆ,
उपजीविका गुजारा करन लग पे। शूद्र सो दिज को धर्म। ਜਿਹੜਾ ਸ਼ੂਦਰ ਸੀ ਉਹਨਾਂ ਨੇ ਕਹਿੰਦੇ ਜਿਹੜਾ ਬ੍ਰਾਹਮਣਾਂ ਦਾ ਧਰਮ ਸੀ ਉਹ ਅਪਣਾ ਲਿਆ। ਉਹ ਵੇਦ ਪੜ੍ਹਨ ਲੱਗ ਪਏ, ਪੜ੍ਹਾਉਣ ਲੱਗ ਪਏ, ਕਥਾ ਕਰਨ ਲੱਗ ਪਏ, ਜਗ ਕਰਨ ਕਰਾਉਣ ਲੱਗ ਪਏ, ਦਾਨ ਦੇਣ ਲੈਣ ਪੇ ਲੱਗ ਪਏ। ਇਸ ਤਰ੍ਹਾਂ ਕਹਿੰਦੇ ਸਾਰਾ ਉਲਟ ਪੁਲਟ ਹੋ ਗਿਆ ਕਲਯੁਗ ਦੇ ਪ੍ਰਭਾਵ ਕਰਕੇ। ਚੌਪਈ 20 ਗਾਵ ਤਿੰਨ ਕੇ ਰਹਿ ਗਏ। ਇਸ ਤਰ੍ਹਾਂ ਕਹਿੰਦੇ ਇੱਧਰ ਜਿਹੜੇ ਬੇਦੀ ਸਨ ਉਹਨਾਂ ਦੇ ਕੋਲ ਜਿਹੜਾ ਬੜਾ ਭਾਰੀ ਰਾਜ ਭਾਗ ਸੀ ਨਾ, ਉਹ ਜਦੋਂ ਆਪੋ ਵਿੱਚ ਹੀ ਝਗੜਾ ਜਾਂ ਵਧਿਆ, ਕੋਈ ਕਰਮ ਧਰਮ ਨਾ ਰਿਹਾ, ਭ੍ਰਿਸ਼ਟ ਹੋ ਗਏ। ਇਹਨਾਂ ਦੇ ਕੋਲੇ ਸਿਰਫ ਕਹਿੰਦੇ 20 ਪਿੰਡ ਹੀ ਰਹਿ ਗਏ, 20 ਪਿੰਡਾਂ ਦਾ ਰਾਜ ਭਾਗ ਰਹਿ ਗਿਆ। ਜਿਨਮੋ ਕਰਤ ਕਿਰਸਾਨੀ ਭਏ। ਇਹਨਾਂ 20 ਪਿੰਡਾਂ ਦੇ ਵਿੱਚ ਫਿਰ ਕਹਿੰਦੇ ਖੇਤੀ ਦਾ ਕੰਮ ਜਿਹੜਾ ਕਰਨ ਲੱਗ ਪਏ, ਹਲ ਵਾਹੁਣ ਲੱਗ ਪਏ। ਬਹੁਤ ਕਾਲ ਇਹ ਭਾਂਤ ਬਿਤਾਇਓ। ਇਸ ਤਰ੍ਹਾਂ ਦੀ ਬੇਦੀਆਂ ਦੇ ਬੰਸ ਦੇ ਲੋਕਾਂ ਨੇ ਬਹੁਤ ਸਮਾਂ ਇਸ ਤਰ੍ਹਾਂ ਖੇਤੀਬਾੜੀ ਦਾ ਕੰਮ ਕਰਦਿਆਂ ਹਨ ਜੀਵਕਾ ਕਰਨਾ ਬਤਾਇਆ, ਲੰਘਾਇਆ। ਜਨਮ ਸਮੈ ਨਾਨਕ ਕੋ ਆਇਓ। ਫਿਰ ਇਸੇ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨ ਦਾ ਜਿਹੜਾ ਸਮਾਂ ਹੈ ਉਹ ਬੇਦੀਆਂ ਦੇ ਬਸ ਦੇ ਜਿਵੇਂ ਧਾਰਨਾ ਸੀ ਉਹ ਵੀ ਆ ਗਿਆ। ਕਲਯੁਗ ਦਾ 5000 ਸਾਲ ਬੀਤ ਗਏ ਤੇ ਉੱਪਰ ਚੱਲ ਰਿਹਾ ਉਹ ਸਮਾਂ ਆ ਗਿਆ ਹੈ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੈ ਖਾਲਸਾ ਜੀ ਉਸ ਬੇਦੀਆਂ ਦੀ ਕੁਲ ਦੇ ਵਿੱਚ ਵੰਸ਼ ਦੇ ਵਿੱਚ ਪ੍ਰਗਟੇ ਨਾਨਕ ਰਾਏ। ਇਸ ਤਰ੍ਹਾਂ ਕਹਿੰਦੇ ਬਿਕਰਮੀ ਸੰਮਤ 1526 ਪੂਰਨਮਾਸੀ ਕੱਤਕ ਦਾ ਮਹੀਨਾ ਦਿਨ ਬੁੱਧਵਾਰ ਨੂੰ ਗੁਰੂ ਨਾਨਕ ਸਾਹਿਬ ਜੀ ਰਾਏ ਜਿਹੜੇ ਦੁਨੀਆ ਦੇ ਪਾਤਸ਼ਾਹ ਹਨ ਉਹ ਪ੍ਰਗਟ ਹੋ ਗਏ। ਉਹਨਾਂ ਨੇ ਅਵਤਾਰ ਧਾਰਨ ਕਰ ਲਿਆ। ਸਭ ਸਿੱਖਨ ਕੋ ਸੁਖ ਦਏ। ਫਿਰ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੰਨੇ ਆਪਣੇ ਗੁਰ ਸਿੱਖ ਸੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਖ ਬਖਸ਼ ਦਿੱਤੇ, ਸੁਖੀ ਕਰ ਦਿੱਤੇ। ਜਹ ਤਹ ਭਏ ਸਹਾਇ। ਜਿਹੜੇ ਉਹਨਾਂ ਦੇ ਸਿੱਖ ਬਣੇ ਜਿੱਥੇ ਸੁਖ ਬਚੇ, ਜੇ ਕਿਸੇ ਕਰਮ ਅਨੁਸਾਰ ਉਹਨਾਂ ਤੇ ਆ ਕੇ ਕੋਈ ਭੀੜਾ ਮੁਸੀਬਤ ਪਈ ਤੇ ਜਦੋਂ ਉਹਨਾਂ ਨੇ ਯਾਦ ਕੀਤਾ ਜਿੱਥੇ ਉਹ ਹੈ ਸੀ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਹਾਈ ਹੋਏ ਗੁਰਸਿੱਖਾਂ ਦੇ। ਚੌਪਈ ਤਿੰਨ ਇਹ ਕਲਮੋ ਧਰਮ ਚਲਾਇਓ। ਹਾਂ ਤਿੰਨ ਕੀ ਤਿੰਨਾਂ ਨੇ ਪਾਉ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਕਲਯੁਗ ਦੇ ਵਿੱਚ ਪ੍ਰਗਟ ਹੋ ਕੇ ਜਿਹੜਾ ਸਿੱਖ ਧਰਮ ਹੈ, ਸਿੱਖ ਪੰਥ ਹੈ ਚਲਾਇਆ। ਕੋਤੋਂ ਪੰਥ ਗੁਰੂ ਸੰਗਤ ਹੈ ਮਲੰਤ ਜਮ ਤਰਾਸ ਮਿਟਾਈ। ਉਹ ਸਿੱਖਾਂ ਦਾ ਜਿਹੜਾ ਪੰਥ ਹੈ ਚਲਾਇਆ, ਤੋਰਿਆ, ਸਿੱਖ ਪੰਥ ਪ੍ਰਾਰੰਭ ਕੀਤਾ। ਸਭ ਸਾਧਨ ਕੋ ਰਾਹ ਬਤਾਇਓ। ਇਸ ਤਰ੍ਹਾਂ ਸਾਰੇ ਸਾਧਨਾਂ ਨੂੰ ਸਫਲ ਕਰਨਾ ਜਿਹੜਾ ਰਸਤਾ ਹੈ ਉਹ ਦੱਸਿਆ ਵੀ ਨਾਮ ਕਰਕੇ ਸਾਰੇ ਸਾਧਨ ਸਫਲ ਹੋਣਗੇ। ਜਿਹੜਾ ਨਾਮ ਨਹੀਂ ਜਪਦਾ ਹੈ ਉਹਦੇ ਜਿਹੜੇ ਸਾਧਨ ਕੀਤੇ ਹੈ ਸਫਲ ਨਹੀਂ ਹੁੰਦੇ ਤੇ ਉਹ ਪੂਰਨ ਫਲ ਦਾਤੇ ਨਹੀਂ ਹੈ। ਜਿਵੇਂ ਉਹ ਵਾਹਿਗੁਰੂ ਨਾਮ ਦੀ ਮਹੱਤਤਾ ਦੱਸਦਿਆਂ ਹੋਇਆਂ ਵੀ ਉਹ ਸਭ ਤੋਂ ਮਹਾਨ ਹੈ। ਵੀ ਬਾਕੀ ਸਾਧਨ ਤਾਂ ਇਉਂ ਹੀ ਹੈ ਜਿਵੇਂ ਕਹਿੰਦੇ ਆਪਾਂ ਕਿਸੇ ਕਾਗਜ਼ 'ਤੇ ਸ਼ਾਹੀ ਕਲਮ ਰਾਤ ਲੈ ਕੇ ਜੀਰੋ ਲਾਈ ਜਾਈਏ, ਲਿਖੀ ਜਾਈਏ, ਬਿੰਦੀਆਂ ਜੀਆਂ ਪਾਈ ਜਾਈਏ, ਏਕਾ ਨਾ ਮੂਹਰੇ ਲਿਖੀਏ ਤੇ ਜੀਰੀਆਂ ਦਾ ਕੋਈ ਹਿਸਾਬ ਨਹੀਂ ਹੁੰਦਾ, ਕੋਈ ਗਿਣਤੀ ਨਹੀਂ ਆਉਂਦੀ ਹੈ। ਜਿੰਨੀਆਂ ਮਰਜ਼ੀ ਬਿੰਦੀਆਂ ਲਿਖੀ ਜਾਓ ਕਾਗਜ਼ 'ਤੇ, ਕਿਸੇ ਨੂੰ ਪੁੱਛੋ ਵੀ ਕਿੰਨਾ ਗਿਣਤੀ ਹੋ ਗਈ, ਕਹੂਗਾ ਵੀ ਏਕਾ ਦੂਆ ਤਾਂ ਲਾਇਆ ਨਹੀਂ ਹੈ, ਗਿਣਤੀ ਕਾਹਦੀ ਹੋਣੀ ਹੈ, ਜੀਰੋ ਦੀ ਤਾਂ ਕੋਈ ਗਿਣਤੀ ਹੁੰਦੀ ਨਹੀਂ ਹੈ। ਕਿ ਜੇ ਮੂਹਰੇ ਏਕਾ ਲਾ ਦਿੱਤਾ ਜਾਵੇ ਫਿਰ ਮਗਰੋਂ ਦੇ ਜੀਰੋ ਲਾਈ ਜਾਏ ਫਿਰ ਉਹਦੀ ਗਿਣਤੀ ਆ ਜਾਂਦੀ ਵੀ 10 ਹੈ।
एक होर ला लो, गिनती होर 10 गुना बढ़ जू, फिर वो कहणगे भी 100 है। एक होर ला लो 10 गुना होर ਉਹਦੀ गिनती बढ़ जू, ਇਹ कहदी 10,000 है जी। होर लाओ तो 1 ਲੱਖ, उदों अगे होर ला दो फिर 1 करोड़ हो जाऊ। होर ला दो इसे तरह फिर अरब खरब हो ही जाएंगे। जानी फिर हुंदा एक ही है, जीरो लाई जाओ, 10 गुना ਉਹਦੀ गिनती बढ़ी तुरी जाओ। ਤੇ ਏਕਾ ਮੂਹਰੋਂ ਢਾ ਦਿਓ, ਮੇਸ ਦਿਓ, ਫਿਰ ਪੁੱਛੋ ਵੀ ਕਿੰਨੀ ਗਿਣਤੀ ਹੈ। ਹੋ ਜਾਣੀਆਂ 15-16 ਜੀਰੋ ਲਾਈਆਂ, ਕੋਈ ਗਿਣਤੀ ਨਹੀਂ ਦਿੰਦੀਆਂ। ਇਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਧਨ ਹੈ, ਇਹ ਤਾਂ ਬਸ ਜੀਰੋ ਵਰਗੇ, ਬਿੰਦੀਆਂ ਵਰਗੇ ਹੈ। ਜੇ ਤਾਂ ਹੈਗਾ ਏਕਾ ਨਾਮ ਨਾਲ, ਫਿਰ ਤਾਂ ਸਾਰੇ ਸਾਧਨ ਉਹ 10 ਗੁਣਾ ਵੱਧ ਫਲ ਦਿੰਦੇ। ਜਿਵੇਂ ਏਕਾ ਹੋਵੇ ਨਾ, ਬਿੰਦੀਆਂ ਵੱਧ ਲਾਈ ਜੋ, 10 ਗੁਣਾ ਉਹਦੀ ਗਿਣਤੀ ਵਧੀ ਜਾਂਦੀ ਹੈ। ਜੇ ਨਾਮ ਨਾਲ ਹੋਵੇ, ਫਿਰ ਕੋਈ ਸਾਧਨ ਕਰੇ, ਫਿਰ ਉਹਨਾਂ ਦੀ ਸਫਲਤਾ ਹੈ ਵੱਧ ਤੋਂ ਵੱਧ 10 ਗੁਣਾ। ਮਹਾਰਾਜ ਨੇ ਸਾਰੇ ਸਾਧਨਾਂ ਨੂੰ ਸਫਲ ਕਰਨ ਵਾਲਾ ਜਿਹੜਾ ਰਸਤਾ ਹੈ, ਉਹ ਨਾਮ ਹੀ ਦੱਸਿਆ ਕਿ ਭਾਈ ਨਾਮ ਜਪੋ। ਜਿਹੜੇ ਤੁਹਾਡੇ ਕੋਈ ਸਾਧਨ ਕੀਤੇ ਹੈ, ਉਹ ਸਫਲੇ ਹੋਣਗੇ। ਜਿਵੇਂ ਆ ਕੋਈ ਭੁੱਖੇ ਧਿਆਏ ਮਰ ਕੇ, ਕੋਈ ਜਪ ਤਪ ਕਰਨਾ, ਧੂਣੇ ਤਾਪਣੇ, ਜਲ ਧਾਰੇ ਕਰਨੇ, ਪੁੱਠੇ ਲਟਕਣੇ, ਕਪਾਲੀ ਹਾਸਨ ਜੇ ਲਾਉਣੇ, ਵਰਤ ਵੁਰਤ ਜੇ ਰੱਖਣੇ, ਇਹ ਸਾਧਨ ਹੈ ਨਾ। ਫਿਰ ਇਹ ਸਾਰੇ ਸਾਧਨਾਂ ਨੂੰ ਸਫਲ ਕਰਨ ਵਾਲਾ ਜਿਹੜਾ ਰਸਤਾ ਹੈ, ਉਹ ਨਾਮ ਹੀ ਆਪ ਜੀ ਨੇ ਦੱਸਿਆ। ਜੇ ਤਾਂ ਕੇ ਮਾਰਗ ਮਹਿ ਆਏ। ਹਾਂ, ਮੇਰੇ ਕੋਲੇ ਜਿਹੜੇ ਥਾਂ ਜੋ ਕੀਤਾ ਹੋਇਆ, ਜੋ ਤਾਂ ਕਿ ਉਸ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿੱਖੀ ਪੰਥ ਹੈ, ਸਿੱਖੀ ਰਸਤਾ ਹੈ, ਸਿੱਖ ਪੰਥ ਹੈ, ਉਹਦੇ ਵਿੱਚ ਜਿਹੜੇ ਕੋਈ ਆ ਗਏ, ਚੱਲ ਪਏ, ਨਾਮ ਜਪਣ ਲੱਗ ਪਏ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨਾਮ ਜਪਣ ਵਾਲਿਆਂ ਨੂੰ ਕਦੇ ਕੋਈ ਜਿਹੜਾ ਪਾਪ ਹੈ ਉਹ ਸੰਤਾਏ ਕੀ ਤੰਗ ਨਹੀਂ ਕਰੇਗਾ, ਉਹ ਔਖਾ ਨਹੀਂ ਕਰੇਗਾ, ਉਹ ਸੁਖੀ ਰਹਿਣਗੇ ਨਾਮ ਜਪਣ ਵਾਲੇ। ਜੇ ਜੇ ਪੰਥ ਤਵਨ ਕੇ ਪਰੇ। ਜਿਹੜੇ ਜਿਹੜੇ ਵੀ ਉਸ ਗੁਰੂ ਨਾਨਕ ਸਾਹਿਬ ਜਿਹੜੇ ਸਿੱਖੀ ਪੰਥ ਦੇ ਵਿੱਚ ਪੈ ਗਏ ਜਾਂ ਪੈ ਜਾਣਗੇ ਆਉਣ ਵਾਲੇ ਸਮੇਂ ਵਿੱਚ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਸਾਰੇ ਜਿਹੜੇ ਪਾਪ ਹੈ, ਹੋਰ 3 ਤਰ੍ਹਾਂ ਦੇ ਜਿਹੜੇ ਤਾਪ, ਆਦਿ ਵਿਆਦ ਉਪਾਦ ਆਦਿਕ, ਉਹ ਨਾਸ ਕਰ ਦਿੱਤੇ ਤੇ ਨਾਸ ਕਰ ਦੇਣਗੇ। ਸਤਿਗੁਰ ਕਾ ਜਨਮੇ ਕਵਨ ਮਿਟਾਇਆ ਵਾਲੀ ਗੱਲ ਹੋ ਜਾਏਗੀ। ਦੁਖ ਭੂਖ ਕਬਹੂ ਨਾ ਸੰਤਾਏ। ਫਿਰ ਉਹਨਾਂ ਨੂੰ ਕਹਿੰਦੇ ਨਾ ਜਨਮ ਮਰਨ ਦੇ ਦੁੱਖ ਨੇ, ਨਾ ਜਿਹੜੀ ਕੋਈ ਭੁੱਖ ਹੈ ਤਰ੍ਹਾਂ ਤਰ੍ਹਾਂ ਦੀ। ਮਾਣ ਵਡਿਆਈ ਦੀ ਵੀ ਭੁੱਖ ਹੁੰਦੀ ਹੈ, ਧਨ ਦੀ ਵੀ ਭੁੱਖ ਹੁੰਦੀ ਹੈ, ਬਾਕੀ ਆ ਪੇਟ ਦੀ ਭੁੱਖ ਤਾਂ ਹੈਗੀ ਹੈ। ਇਹ ਤਾਂ 3 ਸਮੇਂ ਅੰਦਰਲਾ ਮੰਗਦਾ ਹੀ ਹੈ। ਤੇ ਇਸ ਤਰ੍ਹਾਂ ਮਾਇਆ ਦੀ ਵੀ ਭੁੱਖ ਹੁੰਦੀ ਹੈ ਵੀ ਖੁੱਲ੍ਹੇ ਗੱਫੇ ਆਉਣ, ਤੇ ਕੋਈ ਸ਼ੋਭਾ ਵਡਿਆਈ ਦੀ ਵੀ ਮਨੁੱਖ ਨੂੰ ਚਾਹਤ ਹੁੰਦੀ, ਭੁੱਖ ਹੁੰਦੀ ਵੀ ਲੋਕ ਮੇਰੀ ਵਾਹਵਾ ਕਰਨ, ਵਡਿਆਈ ਕਰਨ, ਚੰਗਾ ਚੰਗਾ ਆਖਣ। ਕਹਿੰਦੇ ਦੁੱਖ ਭੂਖ ਕਬਹੂ ਨਾ ਸੰਤਾਏ। ਫਿਰ ਉਹਨਾਂ ਨੂੰ ਕਹਿੰਦੇ ਦੁੱਖ ਤੇ ਕਦੇ ਨਹੀਂ ਸੰਤਾਏਗਾ। ਵੀ ਇਹ ਨਹੀਂ ਵੀ ਉਹ ਸਿੱਖ ਕੋਲ ਮਾਇਆ ਨਾ ਹੋਵੇ, ਵੀ ਉਹ ਸਿੱਖ ਕੋਲ ਕੋਈ ਸ਼ੋਭਾ ਵਡਿਆਈ ਨਾ ਉਹਦੀ ਕੋਈ ਕਰੇ, ਤੇ ਸਿੱਖ ਵੀ ਇਸ ਤਰ੍ਹਾਂ ਭੁੱਖਾ ਧਿਆਇਆ ਮਰੇ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧਾਰ ਲੈਂਦਾ, ਧਰਮ ਦੀ ਕਿਰਤ ਕਰਦਾ, ਵੰਡ ਕੇ ਛਕਦਾ, ਉਹਦੇ ਘਰੇ ਸਰਦਾਰੀ ਆਈ ਜਾਂਦੀ ਹੈ। ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਵੀ ਕਿਹਾ ਸੀ ਕਿ ਮਹਾਰਾਜ ਜੇ ਸਿੱਖ ਹੋਵੇ ਗਰੀਬ, ਤੇ ਉਹ ਆਪਣੇ ਘਰੇ ਅਮੀਰੀ ਲਿਆਉਣਾ ਚਾਹੇ ਤੇ ਦਾਨ ਪੁੰਨ ਕਰ ਨਾ ਸਕਦਾ ਹੋਵੇ, ਫਿਰ ਕਿਵੇਂ ਕਰੇ ਮਹਾਰਾਜ ਉਹ ਅਮੀਰੀ ਸਰਦਾਰੀ ਲਿਆਉਣ ਵਾਸਤੇ। ਫਿਰ ਗੁਰੂ ਮਹਾਰਾਜ ਨੇ ਗੁਰੂ ਕੇ ਲੰਗਰ ਦੀ ਮਹਾਨਤਾ ਦਰਸਾਉਂਦਿਆਂ ਇੱਕ ਪ੍ਰਸੰਗ ਸੁਣਾਇਆ ਸੀ। ਕਹਿਣ ਲੱਗੇ ਵੀ ਜੇ ਸਿੱਖ ਗਰੀਬ ਹੈ ਨਾ,
ਜੇ ਤੁਹਾਨੂੰ ਇੱਕ ਸਾਖੀ ਸੁਣਾਉਣੇ ਉਹ ਸਿੱਖਿਓ ਕਰ ਲਏ, ਉਹਦੇ ਘਰੋਂ ਗਰੀਬੀ ਚਲੀ ਜਾਏਗੀ। ਕਹਿੰਦੇ ਸਾਡੇ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ, ਭਾਵ ਸਾਡਾ ਸਿੱਖ ਸੀ, ਉਹ ਬੜਾ ਗਰੀਬ ਸੀ, ਛੰਦ ਦੇ ਵਿੱਚ ਰਹਿੰਦਾ ਸੀ। ਉਹਦੇ ਛੰਦ ਦੇ ਵਿੱਚ ਹੀ 2 ਪੰਛੀ ਰਹਿੰਦੇ ਸੀ, ਉਹ ਵੀ ਪਿਛਲੇ ਜਨਮ ਦੇ ਸਿੱਖ ਸੀ। ਉਹਨਾਂ ਨੇ ਕੋਈ ਗਲਤੀ ਕਰ ਲਈ ਸੀ, ਸਿੱਖਾਂ ਨੂੰ ਝੂਠ ਖਵਾ ਦਿੱਤੀ ਸੀ, ਝੂਠਾ ਪ੍ਰਸ਼ਾਦ ਛਕਾ ਦਿੱਤਾ ਸੀ, ਜਿਸ ਕਰਕੇ ਸਜ਼ਾ ਮਿਲੀ ਉਹਨਾਂ ਨੂੰ। ਪਰ ਪਿਛਲੇ ਜਨਮ ਦੀ ਉਹਨਾਂ ਨੂੰ ਖਬਰ ਸੀ ਵੀ ਅਸੀਂ ਸਿੱਖ ਸੀ, ਝੂਠ ਖਵਾਉਂਦੇ ਰਹੇ ਹਾਂ ਅਤੇ ਖਾਂਦੇ ਰਹੇ, ਜਿਸ ਕਰਕੇ ਆ ਸਜ਼ਾ ਹੈ। ਹੁਣ ਤਾਂ ਕਹਿੰਦੇ ਕੀ ਲੱਗ ਚੱਲਿਆ ਜੀ, ਕਈ ਪੀ ਜਾਂਦੇ ਝੂਠਾ ਮੂਠਾ, ਤੇ ਜਾ ਕੇ ਪੈਲਸਾਂ ਜਿਵੇਂ ਪਸ਼ੂ ਡੰਗਰ ਖੁੱਲ੍ਹਗੀਆਂ ਦੇ ਖੜੇ ਹੁੰਦੇ ਨੇ, ਲਾਲਾ ਖੜੇ ਹੁੰਦੇ ਹੈ ਨਹੀਂ ਇੱਥੇ ਕੋਈ ਝੂਠ ਮੂਠ ਸਭ। ਫਿਰ ਆਹ ਕੁਛ ਇਹਨਾਂ ਨੇ ਬਣਨਾ, ਹੁਣ ਸੱਚਖੰਡ ਥੋੜ੍ਹਾ ਜਾਣਾ ਇਹਨਾਂ ਨੇ। ਇਹ ਤਾਂ ਜਿਹੜਾ ਗੁਰੂ ਮਹਾਰਾਜ ਦੇ ਸੱਚ ਹੋਵੇ ਤਾਂ ਸੱਚ ਪਾਈ ਹੈ ਵੀ ਜੇ ਅੰਦਰਲੀ ਬਾਹਰਲੀ ਪਵਿੱਤਰਤਾ ਹੋ ਤਾਂ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ। ਜੇ ਨਾ ਅੰਦਰਲੀ ਸੋਚ ਹੈ ਨਾ ਬਾਹਰਲੀ ਸੋਚ ਮੈਂ, ਇਹ ਕਿੱਥੇ ਉਹਦੀ ਸੱਚ ਸਰੂਪ ਦੀ ਪ੍ਰਾਪਤੀ ਹੈ। ਇਸ ਤਰ੍ਹਾਂ ਕਹਿੰਦੇ ਉਹ ਪਿਛਲੇ ਜਨਮ ਵਿੱਚ ਸਾਡੇ ਸਿੱਖ ਸੀ, ਉਹਨਾਂ ਨੇ ਆ ਝੂਠ ਖਵਾਈ ਸੀ, ਜਿਸ ਕਰਕੇ ਉਹ ਪੰਛੀ ਬਣੇ ਬੈਠੇ ਸੀ। ਉਹਨਾਂ ਨੂੰ ਉਂਝ ਆਪਣੇ ਪਿਛਲੇ ਜਨਮ ਦੀ ਖਬਰ ਸੀ। ਉਹ ਸਿੱਖ ਦੀ ਛੰਨ ਵਿੱਚ ਬੈਠੇ ਬੈਠੇ ਇੱਕ ਦਿਨ ਵਿਚਾਰ ਕਰਨ ਲੱਗ ਪਏ ਕਿ ਦੇਖੋ ਇਹ ਨਾ ਭੁੱਖ ਨਾ ਕਰਦਾ, ਇਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਦਾ ਪਤਾ ਨਹੀਂ ਹੈ ਵੀ ਆਪਾਂ ਇਹਦਾ ਕੋਈ ਮਦਦ ਕਰੀਏ। ਇਸ ਤਰ੍ਹਾਂ ਉਹ ਪੰਛੀ ਫਿਰ ਉਹਦੀ ਮਦਦ ਕਿਵੇਂ ਕਰਨ ਲੱਗ ਪਏ ਵੀ ਉਹ ਸਿੱਖ ਦੇ ਘਰ ਵਾਲੀ, ਜਦੋਂ ਘਰ ਵਾਲਾ ਕੋਈ ਦਿਹਾੜੀ ਦੂੜੀ ਕਰਕੇ 4 ਪੈਸੇ ਲਿਆ ਕੇ ਉਹਦਾ ਆਨੰਦ ਜਿਹਾ ਲਿਆ ਕੇ ਰੱਖਦਾ, ਅਤੇ ਘਰ ਵਾਲੀ ਉਹ ਧੋ ਕੇ ਉੱਪਰ ਕੋਠੇ 'ਤੇ ਪਾ ਦਿੰਦੀ। ਅਤੇ ਉਹ ਜਿਹੜੇ ਪੰਛੀ ਸੀ ਕਹਿੰਦੇ ਚੁੰਝ ਵਿੱਚ 2-4 ਦਾਣੇ ਜੇ ਲੈ ਕੇ ਜਿੱਥੇ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਉਹਦੇ ਵਿੱਚ ਲਿਆ ਕੇ ਉਹ ਲੰਗਰ ਵਿੱਚ ਦਾਣੇ ਛੱਡ ਦਿੰਦੇ। ਕਹਿੰਦੇ ਜਿੱਥੇ ਗੁਰੂ ਕੇ ਸਿੱਖ ਛਕਦੇ ਉੱਥੇ ਅਸੀਂ ਵੀ ਪੰਗਤ ਵਿੱਚ ਛਕਦੇ ਹਾਂ। ਗੁਰੂ ਨਾਨਕ ਨੇ ਕਲਾ ਵਰਤਾ ਦਿੱਤੀ, ਕਿਉਂਕਿ ਲੰਗਰ ਵਿੱਚ ਉਹਨਾਂ ਦਾ ਹਿੱਸਾ ਪੈਣਾ ਸ਼ੁਰੂ ਹੋ ਗਿਆ, ਉਹ ਅਮੀਰ ਬਣ ਗਏ। ਫਿਰ ਛੰਨਾਂ ਛੁੰਨਾਂ ਜੀਆਂ ਢਾਹ ਕੇ ਉਹਨਾਂ ਨੇ ਕੋਠੀਆਂ ਮਕਾਨ ਬਣਾ ਲਏ ਬੜੇ ਬੜੇ। ਕਹਿੰਦੇ ਇਸ ਤਰ੍ਹਾਂ ਫਿਰ ਉਹ ਜਿਹੜਾ ਚਿੜੀ ਪੰਛੀ ਸੀ ਉੱਥੋਂ ਉਡਾਰੀਆਂ ਮਾਰ ਕੇ ਕਿਸੇ ਦਰਖਤ 'ਤੇ ਉਹਨਾਂ ਜਾ ਕੇ ਲਾਹਣਾ ਬਣਾ ਲਿਆ, ਉੱਥੇ ਰਹਿਣ ਲੱਗ ਪਏ। ਉਹਨਾਂ ਦੇ ਉੱਥੋਂ ਜਾਣ ਕਰਕੇ ਜਿਹੜਾ ਘਰੋਂ ਕੋਈ ਥੋੜ੍ਹਾ ਬਹੁਤਾ ਅਨਾਜ ਜਾਂਦਾ ਸੀ ਉਹ ਜਾਨੋਂ ਹਟ ਗਿਆ। ਮੁੜ ਕੇ ਫਿਰ ਉਹ ਗਰੀਬ ਹੋ ਗਏ। ਕਹਿੰਦੇ ਉਹ ਫਿਰ ਸਾਡੇ ਕੋਲ ਆਏ, ਕਹਿੰਦੇ ਮਹਾਰਾਜ ਪਹਿਲਾਂ ਗਰੀਬ ਸੀ, ਇੱਕਦਮ ਅਮੀਰੀ ਆ ਗਈ, ਇਹ ਕੋਠੀਆਂ ਪੈ ਗਈਆਂ, ਹੁਣ ਫਿਰ ਉਹੀ ਬੁਰਾ ਹਾਲ, ਹੁਣ ਫਿਰ ਗਰੀਬੀ ਆ ਗਈ। ਅਸੀਂ ਵੀ ਉਹਨਾਂ ਨੂੰ ਦੱਸਿਆ ਸੀ ਵੀ ਇਉਂ ਕਾਰਨ ਹੈ ਆ ਅਮੀਰੀ ਆਉਣ ਦਾ। ਤੁਹਾਡੇ ਘਰੇ ਉਹ ਪੰਛੀ ਜਿਹੜੇ ਗੁਰੂ ਕੇ ਸਿੱਖ ਸੀ ਨਾ ਪਿਛਲੇ ਜਨਮ, ਉਹ ਤੁਹਾਡੀ ਮਦਦ ਕਰਦੇ ਰਹੇ, ਗੁਰੂ ਕੇ ਲੰਗਰ ਵਿੱਚ ਤੁਹਾਡੇ ਘਰੋਂ ਦਾਣੇ ਚੁੱਕ ਚੁੱਕ ਕੇ ਪਾਉਂਦੇ ਰਹੇ ਹੈ, ਇਸ ਕਰਕੇ ਤੁਹਾਡੇ ਘਰੀ ਅਮੀਰੀ ਆ ਗਈ ਸੀ। ਜੇ ਵੀ ਹੁਣ ਵੀ ਤੁਸੀਂ ਚਾਹੁੰਦੇ ਥੋੜ੍ਹਾ ਬਹੁਤਾ ਗੁਰੂ ਕੇ ਲੰਗਰ ਵਿੱਚ ਲਿਆ ਕੇ ਪਾਓ ਰਸਤ ਬਸਤ, ਇਸ ਤਰ੍ਹਾਂ ਮਹਾਰਾਜ ਦੀ ਕਲਾ ਵਰਤ ਜਾਊਗੀ। ਇਸ ਕਰਕੇ ਇੱਥੇ ਗੁਰੂ ਕਲਗੀਧਰ ਜੀ ਕਹਿੰਦੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਕੇ ਉਹਨਾਂ ਦੇ ਕਹਿੰਦੇ ਰਸਤੇ ਪੈ ਗਏ, ਅਸੂਲ ਕਮਾਉਣ ਲੱਗ ਪਏ, ਉਹਨਾਂ ਨੂੰ ਕਹਿੰਦੇ ਦੁੱਖ ਤੇ ਭੁੱਖ ਕਦੇ ਨਹੀਂ ਸਤਾਏਗਾ, ਉਹ ਤੰਗ ਨਹੀਂ ਹੋਣਗੇ। ਗੁਰੂ ਕਲਗੀਧਰ ਜੀ ਨੇ ਤਾਂ ਸਿੱਧਾ ਹੀ ਕਿਹਾ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਵਡਿਆਈ। ਵੀ ਜਿਹੜੇ ਇਹਨਾਂ ਨੂੰ ਲੋਕ ਗਰੀਬ ਕਹਿੰਦੇ ਇਹਨਾਂ ਨੂੰ ਅਸੀਂ ਪਾਤਸ਼ਾਹੀਆਂ ਬਖਸ਼ਾਂਗੇ, ਸਰਦਾਰੀਆਂ ਬਖਸ਼ਾਂਗੇ, ਅਤੇ ਤਾਂ ਕਿ ਸਾਡੇ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਗੱਦੀ ਨੂੰ ਯਾਦ ਕਰਨਗੇ ਵੀ ਸਾਨੂੰ ਸਰਦਾਰ ਬਣਾਇਆ ਇਹਨਾਂ ਨੇ।
ਇਸ ਕਰਕੇ ਉਹਨਾਂ ਨੂੰ ਦੁੱਖ ਭੁੱਖ ਕਦੇ ਨਹੀਂ ਸੰਤਾਏਗਾ। ਜਾਲ ਕਾਲ ਕੇ ਬੀਚ ਨ ਆਏ। ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ, ਉਹ ਕਾਲ ਦਾ ਜਿਹੜਾ ਜਾਲ ਹੈ, ਫਾਹਾ, ਉਹਦੇ ਵਿੱਚ ਵੀ ਨਹੀਂ ਆਏ ਤੇ ਨਾ ਆਉਣਗੇ। ਮੋਹ ਦੇ ਅਧੀਨ ਨਹੀਂ ਹੋਵਣਗੇ, ਅਮਰ ਅਵਨਾਸ਼ੀ ਹੋ ਜਾਣਗੇ। ਨਾਨਕ ਅੰਗਦ ਕੋ ਬਪ ਧਰਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ, ਖਾਲਸਾ ਜੀ, ਅਸਾਂ ਨੇ ਤਾਂ ਇਹੋ ਸਮਝਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਦੂਸਰਾ ਸਰੂਪ ਗੁਰੂ ਅੰਗਦ ਸਾਹਿਬ ਦਾ ਧਾਰਨ ਕਰ ਲਿਆ। ਧਰਮ ਪ੍ਰਚੁਰ ਇਹ ਜਗ ਮੋਕਾਰਾ। ਇਸ ਤਰ੍ਹਾਂ ਦੂਸਰੇ ਸਰੂਪ ਦੇ ਵਿੱਚ ਜਿਹੜਾ ਸਿੱਖੀ ਧਰਮ ਦਾ ਬੜਾ ਭਾਰੀ ਪ੍ਰਚਾਰ ਕੀਤਾ, ਪ੍ਰਚੁਰ ਵਿਸਥਾਰ ਕੀਤਾ, ਵਾਧਾ ਕੀਤਾ, ਜਾਂ ਪ੍ਰਚੁਰ ਕੀਏ ਪ੍ਰਚਾਰ ਕੀਤਾ। ਅਮਰਦਾਸ ਪੁਨ ਨਾਮ ਕਹਾਇਓ। ਫਿਰ ਉਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਨਾਮ ਬਦਲ ਕੇ ਆਪਣਾ ਨਾਮ ਜਿਹੜਾ ਹੈ ਗੁਰੂ ਅਮਰਦਾਸ ਸਾਹਿਬ ਕਹਾਇਆ। ਜਨ ਦੀਪਕ ਤੇ ਦੀਪ ਜਗਾਇਓ। ਜਿਵੇਂ ਦੀਵੇ ਤੋਂ ਕੋਈ ਦੀਵਾ ਜਗਾ ਦਈਏ, ਇਸ ਤਰ੍ਹਾਂ ਆਪਣੀ ਜੋਤ ਤੋਂ ਤੀਜੀ ਜੋਤ ਜਗਾ ਦਿੱਤੀ। ਜਬ ਬਰਦਾਨ ਸਮੈ ਵਹੁ ਆਵਾ। ਜੋ ਕਹਿੰਦੇ ਇਸ ਤਰ੍ਹਾਂ ਉਹ ਵੇਦੀਆਂ ਦੀ ਬੰਸ ਨੂੰ, ਉਹ ਜੇ ਵੇਦੀਆਂ ਦੀ ਬੰਸ ਨੇ ਵਰਦਾਨ ਦਿੱਤਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਉਹ ਅਵਤਾਰ ਧਾਰਨਗੇ। ਕਹਿੰਦੇ ਉਹ ਜਿਹੜਾ ਵਰ ਦਿੱਤੇ ਹੋਏ ਦਾ ਫਲ ਦੇਣ ਦਾ ਸਮਾਂ ਜਾ ਆ ਗਿਆ। ਰਾਮਦਾਸ ਤਬ ਗੁਰੂ ਕਹਾਵਾ। ਖਾਲਸਾ ਜੀ, ਸਾਡੀ ਸੋਢ ਵੰਸ਼ ਦੇ ਵਿੱਚ ਪੈਦਾ ਹੋ ਕੇ ਗੁਰੂ ਰਾਮਦਾਸ ਸਾਹਿਬ ਜੀ ਸੰਸਾਰ ਦੇ ਗੁਰੂ ਕਹਾਏ ਆਖੇ ਗਏ। ਤੇ ਵਰਦਾਨ ਪੁਰਾਤਨ ਦੀਆ। ਇਹ ਜਿਹੜਾ ਵਰਦਾਨ ਹੈ ਪੁਰਾਤਨ ਪਹਿਲਾਂ ਹੀ ਤਾਂ ਉਹ ਵੇਦੀਆਂ ਦੀ ਬੰਸ ਦੇ ਵਿੱਚੋਂ ਦਿੱਤਾ ਗਿਆ ਸੀ। ਅਮਰਦਾਸ ਸੁਰਪੁਰ ਮਗ ਲੀਆ। ਇਸੇ ਤਰ੍ਹਾਂ ਜਿਹੜਾ ਤੀਜਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਅਮਰਦਾਸ ਸਾਹਿਬ ਜੀ ਦਾ ਧਾਰਨ ਕੀਤਾ ਸੀ, ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਸਭ ਕੁਝ ਦੇ ਕੇ ਆਪ ਕਹਿੰਦੇ ਸੁਰਪੁਰ ਦਾ ਰਸਤਾ, ਵੈਕੁੰਠ ਦਾ ਰਸਤਾ, ਸੱਚਖੰਡ ਦਾ ਰਸਤਾ ਲੈ ਲਿਆ, ਸੱਚਖੰਡ ਚਲੇ ਗਏ। ਸ੍ਰੀ ਨਾਨਕ ਅੰਗਦ ਕਰ ਮਾਨਾ। ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਰੂਪ ਕਰਕੇ ਮੰਨਿਆ, ਸਤਿਕਾਰਿਆ ਹੈ ਤੇ ਮੰਨਦੇ ਹਾਂ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਉਹੀ ਹੈ। ਜੋਤ ਵਖਾ ਜੋਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਅਮਰਦਾਸ ਅੰਗਦ ਪਹਿਚਾਨਾ। ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਰਕੇ ਜਾਣਿਆ ਪਛਾਣਿਆ ਹੈ। ਅਮਰਦਾਸ ਰਾਮਦਾਸ ਕਹਾਇਓ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਚੌਥੇ ਗੁਰੂ ਰਾਮਦਾਸ ਸਾਹਿਬ ਨਾਮ ਆਪਣਾ ਕਹਾਇਆ ਹੈ। ਸਾਧਨ ਲਖਾ ਮੂੜ ਨਹਿ ਪਾਇਓ। ਇਹ ਜਿਹੜੇ ਕੋਈ ਸਾਧੂ ਲੋਕ ਹੈ, ਸੰਤ ਲੋਕ, ਉਹਨਾਂ ਨੇ ਤਾਂ ਜਾਣਿਆ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਰੂਪ ਹੈ, ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਰੂਪ ਹੈ, ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਰੂਪ ਹੈ। ਜੇ ਉਹ ਤੀਸਰੇ ਪਾਤਸ਼ਾਹ ਨੇ ਆਪਣੇ ਛੋਟੇ ਸਪੁੱਤਰ ਮੋਹਰੀ ਜੀ ਤੋਂ ਪੁੱਛਿਆ ਸੀ ਵੀ ਤੂੰ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਤਾਂ ਟੇਕਦਾ ਸਾਡਾ ਵਚਨ ਮੰਨ ਕੇ, ਤੂੰ ਹੁਣ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਦਰੋਂ ਕੀ ਜਾਣਦਾ ਹੈ ਉਹ ਵੀ ਦੱਸ। ਫਿਰ ਮੋਹਰੀ ਜੀ ਨੇ ਕਿਹਾ ਸੀ ਕਿ ਮਹਾਰਾਜ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਥਾਂ ਵਿਰਾਜਮਾਨ ਕਰ ਦਿੱਤਾ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਰੂਪ ਹੋ ਗਏ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਮਹਾਰਾਜ ਆਪਣੇ ਥਾਂ ਬਿਠਾ ਦਿੱਤਾ, ਆਪ ਗੁਰੂ ਅੰਗਦ ਰੂਪ ਹੋ ਗਏ। ਤੇ ਹੁਣ ਮਹਾਰਾਜ ਆਪ ਜੀ ਨੇ ਇਹਨਾਂ ਨੂੰ ਆਪਣੇ ਸਥਾਨ ਤੇ ਬਿਠਾ ਦਿੱਤਾ, ਇਹ ਹੁਣ ਆਪ ਦਾ ਹੀ ਰੂਪ ਬਣ ਗਏ। ਇਹ ਮਹਾਰਾਜ ਖੁਸ਼ ਹੋ ਕੇ ਕਹਿੰਦੇ ਵੀ ਧੰਨ ਮੋਹਰੀ, ਧੰਨ ਹੋ ਗਈ, ਤੂੰ ਸਨਮੁਖ ਸਿੱਖ ਹੈ, ਚੰਗਾ ਵੀ ਤੇਰੀ ਜਿਹੜੀ ਕੋਲ ਹੈ ਬਹੁਤ ਵਧੇ ਫੁੱਲੇਗੀ।
ਤੇਰੀ ਜਿਹੜੀ ਕੋਲ ਹੈ ਉਹ ਸਾਡੇ ਘਰ ਦੇ ਨਾਲ ਜੁੜੀ ਰਹੇਗੀ। ਤੇ ਹੁਣ ਤੱਕ ਵੀ ਉਹ ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ ਹੈ, ਸ਼੍ਰੀ ਗੋਇੰਦਵਾਲ ਸਾਹਿਬ ਦਾ ਜਿਹੜੇ ਪਵਿੱਤਰ ਅਸਥਾਨ ਹੈ, ਉਹ ਭਾਵੇਂ ਕੋਈ ਉੱਥੇ ਸੇਵਾ ਸੰਭਾਲ ਕਰੀ ਜਾਏ, ਉਹ ਕੋਈ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਵੀ ਇਹ ਸਾਡਾ ਅਸਥਾਨ ਹੈ, ਤੁਸੀਂ ਇੱਥੇ ਕੀ ਕਰਦੇ। ਉਹ ਭਾਵੇਂ ਵੱਡੀਆਂ ਵੱਡੀਆਂ ਭਲਵੀਆਂ ਤੇ ਬਿਰਾਜਮਾਨ ਅਫਸਰ ਬਣੇ ਬੈਠੇ ਹੈ, ਪਰ ਮਹਾਰਾਜ ਦੇ ਸਥਾਨ ਤੇ ਝੁਕਦੇ, ਉੱਥੇ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੇ। ਉਹ ਕਹਿੰਦੇ ਆਪਣਾ ਕੀਤਾ ਆਪੇ ਪਾਈ ਜਾਣਗੇ। ਉਹ ਪਾ ਵੀ ਲੈਂਦਾ ਜਿਹੜਾ ਕੋਈ ਇਸ ਤਰ੍ਹਾਂ ਹੈ ਕਰਦਾ ਹੈ, ਵੀ ਕਿਸੇ ਨੂੰ ਕੀ ਪਤਾ। ਗੁਰੂ ਤਾਂ ਸਮਰੱਥ ਹੈ, ਸਭ ਕੁਝ ਜਾਣਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਹਨ, ਸਾਧਨ ਲਖਾ ਮੂਡ ਨਹਿ ਪਾਇਓ। ਜਿਹੜੇ ਸਾਧੂ ਲੋਕ ਉਹਨਾਂ ਨੇ ਜਾਣ ਲਿਆ ਵੀ ਗੁਰੂ ਨਾਨਕ ਹੀ ਗੁਰੂ ਰਾਮਦਾਸ ਹੈ, ਗੁਰੂ ਨਾਨਕ ਸਾਹਿਬ ਜੀ ਗੁਰੂ ਅਮਰਦਾਸ ਹੈ, ਗੁਰੂ ਨਾਨਕ ਹੀ ਗੁਰੂ ਅੰਗਦ ਰੂਪ ਹੈ। ਮੂਰਖਾਂ ਨੇ ਨਹੀਂ ਇਹ ਭੇਦ ਪਾਇਆ, ਬੇਸਮਝਾਂ ਨੇ ਨਹੀਂ ਇਹ ਭੇਦ ਪਾਇਆ ਹੈ। ਭਿੰਨ ਭਿੰਨ ਸਭ ਹੂੰ ਕਰ ਜਾਨਾ। ਸਾਰੇ ਸਤਿਗੁਰਾਂ ਦੇ ਤਾਈ ਕਹਿੰਦੇ ਮੂਰਖ ਲੋਕਾਂ ਨੇ ਵੱਖਰਾ ਵੱਖਰਾ ਕਰਕੇ ਜਾਣਿਆ। ਏਕ ਰੂਪ ਕਿਨ ਹੂੰ ਪਹਿਚਾਨਾ। ਕਿਸੇ ਕਿਸੇ ਸਾਧੂ ਨੇ ਭਲੇ ਪੁਰਸ਼ ਨੇ ਇੱਕੋ ਰੂਪ ਕਰਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਾਣਿਆ ਪਛਾਣਿਆ। ਜਿਨ ਜਾਨਾ ਤਿਨ ਹੀ ਸਿੱਧ ਪਾਈ। ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਇੱਕੋ ਰੂਪ ਕਰਕੇ ਜਾਣਿਆ, ਉਹਨਾਂ ਨੇ ਅਸਲੀ ਕਹਿੰਦੇ ਸਿੱਧੀ ਪਾਈ, ਮੁਕਤੀ ਪਾਈ ਹੈ, ਜਾਂ ਸਿੱਧੀ ਪਾਈ ਹੈ, ਕਾਮਯਾਬੀ ਹਾਸਲ ਕੀਤੀ ਹੈ। ਬਿਨ ਸਮਝੇ ਸਿੱਧ ਹਾਥ ਨ ਆਈ। ਗੁਰੂ ਨਾਨਕ ਤੇ ਗੁਰੂ ਰਾਮਦਾਸ ਸਾਹਿਬ ਜੀ ਇੱਕੋ ਸਰੂਪ, ਇਸ ਤਰ੍ਹਾਂ ਸਮਝੇ ਤੋਂ ਬਗੈਰ ਸਿੱਧੀ ਕਿਸੇ ਦੇ ਮੁਕਤੀ ਹੱਥ ਨਹੀਂ ਆਏਗੀ, ਨਾ ਕਾਮਯਾਬੀ ਹੱਥ ਆਏਗੀ। ਰਾਮਦਾਸ ਹਰਿ ਸੋ ਮਿਲ ਗਏ। ਖਾਲਸਾ ਜੀ ਜਿਸ ਤਰ੍ਹਾਂ ਜਦੋਂ ਸਮਾਂ ਆਇਆ ਗੁਰੂ ਰਾਮਦਾਸ ਸਾਹਿਬ ਜੀ ਉਹ ਹਰੀ ਨਾਲ ਅਭੇਦ ਹੋ ਕੇ ਮਿਲ ਗਏ, ਆਪ ਪਰਮੇਸ਼ਰ ਵਿੱਚ ਲੀਨ ਹੋ ਗਏ, ਸੱਚਖੰਡ ਚਲੇ ਗਏ। ਗੁਰਤਾ ਦੇਤ ਅਰਜ ਨਹਿ ਪਏ। ਆਪਣੇ ਹੁੰਦਿਆਂ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਖਤ ਦੇ ਦਿੱਤਾ। ਜਬ ਅਰਜਨ ਪ੍ਰਭ ਲੋਕ ਸਿਧਾਏ। ਜਦੋਂ ਸਮਾਂ ਆਇਆ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਪ੍ਰਭੂ ਦੇ ਲੋਕ ਚਲੇ ਗਏ, ਸੱਚਖੰਡ ਚਲੇ ਗਏ, ਸ਼ਹਾਦਤ ਪ੍ਰਾਪਤ ਕਰਕੇ ਲਾਹੌਰ ਵਿੱਚ ਹਰ ਗੋਬਿੰਦ ਤੇ ਠਾ ਠਹਿਰਾਏ। ਬਾਬਾ ਬੁੱਢਾ ਸਾਹਿਬ, ਭਾਈ ਜੇਠਾ, ਪੁਰਾਣਾ ਵਿਧੀ ਚੰਦ ਆਦਿਕਾਂ ਨੇ ਇਕੱਠਿਆਂ ਹੋ ਕੇ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਥਾਂ ਤੇ ਟਿਕਾ ਦਿੱਤਾ। ਹਰ ਗੋਬਿੰਦ ਪ੍ਰਭ ਲੋਕ ਸਿਧਾਰੇ। ਇਹ ਖਾਲਸਾ ਜੀ ਜਦੋਂ ਸਮਾਂ ਆਇਆ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਰਮੇਸ਼ਰ ਦੇ ਲੋਕ ਨੂੰ ਚਲੇ ਗਏ, ਸੱਚਖੰਡ ਪਧਾਰ ਗਏ। ਹਰੀ ਰਾਏ ਤੇ ਠਾ ਬੈਠਾਰੇ। ਉਹਨਾਂ ਨੇ ਆਪਣੇ ਹੁੰਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਜੋ ਹਰੀ ਰਾਏ ਸਨ, ਉਹਨਾਂ ਨੂੰ ਆਪਣੇ ਥਾਂ ਬਿਠਾ ਦਿੱਤਾ। ਹਰੀ ਕ੍ਰਿਸ਼ਨ ਤਿੰਨ ਕੇ ਸੁਤ ਵਏ। ਹਰ ਰਾਏ ਸਾਹਿਬ ਮਹਾਰਾਜ ਜੀ ਦੇ ਅੱਗੇ ਕਹਿੰਦੇ ਛੋਟੇ ਸੁਪੁੱਤਰ ਹਰੀ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੋਏ। ਤਿੰਨ ਤੇ ਤੇਗ ਬਹਾਦਰ ਭਏ। ਗੁਰਤਾ ਗੱਦੀ ਦੇ ਮਾਲਕ ਹੋ ਗਏ। ਤੇ ਉਹਨਾਂ ਤੋਂ ਬਾਅਦ ਕਹਿੰਦੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਗਤ ਗੁਰੂ ਹੋ ਗਏ। ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਉਹਨਾਂ ਦੇ ਸਮੇਂ ਵਿੱਚ ਹੀ ਫਿਰ ਔਰੰਗਜ਼ੇਬ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਹਿੰਦੂਆਂ ਉੱਪਰ, ਇਹਨਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਦੇਣਾ ਸ਼ੁਰੂ ਕਰ ਦਿੱਤੀ। ਇਹ ਕਹਿ ਦਿੱਤਾ ਵੀ ਸਾਰੇ ਮੁਸਲਮਾਨ ਬਣ ਜਾਓ, ਤੁਸੀਂ ਸਾਰੇ ਕਾਫਰ ਬਣੇ ਆ, ਪੱਥਰ ਪੂਜ ਬਣੇ, ਛੱਡੋ ਇਹ ਧਰਮ। ਇਹ ਜਿਹੜੇ ਕਾਫਰ ਆ ਉਹ ਪਿਸਤਾਂ ਵਿੱਚ ਨਹੀਂ ਜਾ ਸਕਦੇ, ਇਸ ਕਰਕੇ ਸ਼ਰ੍ਹਾ ਵਿੱਚ ਆਓ, ਮੁਸਲਮਾਨ ਬਣੋ। ਫਿਰ ਇਹਨਾਂ ਉੱਪਰ ਅਤਿਆਚਾਰ ਸ਼ੁਰੂ ਕਰ ਦਿੱਤੇ। ਫਿਰ ਉਹ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਅਮਰਨਾਥ ਚਲੇ ਗਏ। ਉੱਥੋਂ ਚਿੱਠੀ 7ਵੇਂ ਨੇ ਹੇਠਾਂ ਉਤਰੀ
ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚਲੇ ਜਾਓ। ਪਰਮੇਸ਼ਰ ਰੂਪ ਹੈ, ਉਹ ਤੁਹਾਡੇ ਧਰਮ ਦੀ ਜਿਵੇਂ ਕਿਵੇਂ ਵੀ ਰੱਖਿਆ ਕਰ ਦੇਣਗੇ। ਬਾਕੀ ਕਲਯੁਗ ਦਾ ਪ੍ਰਭਾਵ ਕਰਕੇ ਕੋਈ ਦੇਵੀ ਦੇਵਤਾ ਤੁਹਾਡੇ ਧਰਮ ਦੀ ਰੱਖਿਆ ਨਹੀਂ ਕਰ ਸਕਦਾ ਹੈ। ਇਸ ਤਰ੍ਹਾਂ ਵੀ ਉਹ ਕਿਰਪਾ ਰਾਮ ਪੰਡਤ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਤੇ ਉਹ ਦੇਖ ਕੇ ਉਹਨਾਂ ਨੂੰ ਬੁਲਾਇਆ, ਹੋਈ ਕੀ ਗੱਲ ਹੈ? ਤੇ ਅਸੀਂ ਵੀ ਦੇਖ ਕਰਕੇ ਉਹਨਾਂ ਨੂੰ ਕਿਹਾ, ਸੁਣਿਆ ਵੀ ਮਹਾਰਾਜ ਇਹ ਕਿਵੇਂ ਆਏ ਆ। ਉਹ ਦੱਸਣ ਤਾਂ ਵੀ ਇਹਨਾਂ ਦਾ ਜਿਹੜਾ ਧਰਮ ਕਰਮ ਹੈ ਉਹ ਰੰਗ ਉਹਦੇ ਵਿੱਚ ਦਖਲਅੰਦਾਜ਼ੀ ਦੇ ਰਿਹਾ ਹੈ, ਜ਼ਬਰਦਸਤੀ ਇਹਨਾਂ ਨੂੰ ਮੁਸਲਮਾਨ ਬਣਾ ਰਿਹਾ। ਅਸੀਂ ਦੇਖ ਰਹੇ ਸੀ ਵੀ ਇਹਨਾਂ ਦੇ ਕੋਈ ਧਰਮ ਦੀ ਰੱਖਿਆ ਕਰਨ ਵਾਲਾ ਕੋਈ ਸਤਿਪੁਰਸ਼ ਹੈ ਦੁਨੀਆ ਵਿੱਚ, ਕੋਈ ਨਹੀਂ ਦਿਸ ਰਿਹਾ ਹੈ। ਫਿਰ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਹੋਰ ਕਿਹੜਾ ਦੇਖਣਾ ਪੁਰਸ਼, ਆਪ ਤੋਂ ਵੱਡਾ ਹੋਰ ਕਿਹੜਾ ਸਤਿਪੁਰਸ਼ ਹੋਣਾ, ਤੁਸੀਂ ਦਿਓ। ਫਿਰ ਆਪ ਜੀ ਇਸ ਤਰ੍ਹਾਂ ਉਹ ਦਿੱਲੀ ਵਿੱਚ ਚਲੇ ਗਏ ਸਨ। ਉੱਥੇ ਜਿਵੇਂ ਭਾਣਾ ਵਰਤਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਹ ਇਸ ਸੰਖੇਪਤ ਰੂਪ ਦੇ ਵਿੱਚ ਹੀ ਪ੍ਰਸੰਗ ਸੁਣਾ ਰਹੇ ਗੁਰੂ ਕਲਗੀਧਰ ਪਾਤਸ਼ਾਹ ਜੀ। ਤਿਲਕ ਜੰਝੂ ਰਾਖਾ ਪ੍ਰਭ ਤਾਕਾ। ਇਸ ਤਰ੍ਹਾਂ ਜੋ ਪ੍ਰਭੂ ਹੈ, ਮਾਲਕ ਗੁਰੂ ਤੇਗ ਬਹਾਦਰ ਸਾਹਿਬ ਹੈ, ਪਰਮੇਸ਼ਰ ਰੂਪ ਤਾਕਾ ਕੀ ਤਿਨਾਂ ਦਾ, ਹਿੰਦੂਆਂ ਦਾ ਤਿਲਕ ਤੇ ਜੰਝੂ ਦੇ ਕਹਿੰਦੇ ਰੱਖਿਆ ਕਰਨ ਵਾਲਾ ਹੋਇਆ। ਭਾਵ ਜਿਹੜਾ ਉਹ ਤਿਲਕ ਤੇ ਜੰਝੂ ਜਾ ਉਹਨਾਂ ਦਾ ਖਤਮ ਕਰ ਰਿਹਾ ਸੀ ਔਰੰਗਜ਼ੇਬ। ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿਤਾ ਨੇ ਆਪਣਾ ਸੀਸ ਦਾ ਬਲੀਦਾਨ ਦੇ ਕੇ ਉਹਨਾਂ ਦਾ ਤਿਲਕ ਤੇ ਜੰਝੂ ਰੱਖ ਲਿਆ ਬਚਾ ਕੇ। ਕੀਲੋ ਵੱਡੋ ਕੱਲੂ ਮਹਿ ਸਾਕਾ। ਦਿੱਲੀ ਵਿੱਚ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਮਕੀਨੋ ਵੱਡੋ ਕਲੂ ਮੈਂ ਸਾਕਾ, ਜੋ ਧਰਮ ਦੇ ਵਾਸਤੇ ਕੋਈ ਕੁਰਬਾਨੀ ਕਰ ਦੇਣੀ, ਇਹਨੂੰ ਸਾਕਾ ਕਹਿੰਦੇ। ਇਸ ਤਰ੍ਹਾਂ ਕਹਿੰਦੇ ਧਰਮ ਦਾ ਸਾਕਾ, ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ, ਸ਼ਹੀਦੀ ਪ੍ਰਾਪਤ ਕਰਨੀ। ਉਹ ਬਹੁਤ ਵੱਡਾ ਸਾਕਾ ਕੀਤਾ, ਧਰਮ ਦਾ ਕੰਮ ਕੀਤਾ ਕਲਯੁਗ ਵਿੱਚ। ਸਾਧਨ ਹੇਤ ਇਤੀ ਜਿਨ ਕਰੀ। ਜਿਹੜੇ ਸਾਧੂ ਲੋਕ ਸੀ, ਸੰਤ ਲੋਕ ਸੀ, ਉਹਨਾਂ ਵਾਸਤੇ ਵੀ ਮਹਾਰਾਜ ਨੇ ਕਹਿੰਦੇ ਹੱਦ ਦੀ ਗੱਲ ਕਰ ਦਿੱਤੀ। ਐਸਾ ਕੋਈ ਪੀਰ ਪਕੰਬਰ ਨਹੀਂ ਕਰ ਸਕਿਆ ਹੈ ਕਿ ਕਿਸੇ ਦੇ ਦੂਸਰੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀ ਕੁਰਬਾਨੀ ਕਰਦੇ, ਆਪਣਾ ਸੀਸ ਦਾ ਬਲੀਦਾਨ ਦੇ ਦੇਵੇ। ਕਹਿੰਦੇ ਇਤੀ ਕਰ ਦਿੱਤੀ, ਹੱਦ ਕਰ ਦਿੱਤੀ, ਨਿਗਾਹ ਦਿੱਤੀ। ਸੀਸ ਦਿਆ ਪਰ ਸੀ ਨਾ ਉਚਰੀ। ਆਪਣਾ ਸੀਸ ਦਾ ਬਲੀਦਾਨ ਤਾਂ ਦੇ ਦਿੱਤਾ, ਪਰ ਅਖੀਰ ਦੇ ਸਮੇਂ ਤੱਕ ਕਹਿੰਦੇ ਸੀ, ਕਹਿੰਦੇ ਹਾਏ ਦੀ ਆਵਾਜ਼ ਨਹੀਂ ਉਚਾਰਨ ਕੀਤੀ ਹੈ। ਧਰਮ ਹੇਤ ਸਾਕਾ ਜਿਨ ਕੀਆ। ਇਹ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਵਾਸਤੇ ਇਸ ਤਰ੍ਹਾਂ ਕਹਿੰਦੇ ਸਾਕਾ ਕੀਤਾ, ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ, ਸ਼ਹੀਦ ਹੋ ਗਏ। ਸੀਸ ਦਿਆ ਪਰ ਸਿਰ ਨਾ ਦਿਆ। ਆਪ ਜੀ ਨੇ ਸੀਸ ਦਾ ਬਲੀਦਾਨ ਤਾਂ ਦੇ ਦਿੱਤਾ, ਔਰ ਆਪਣਾ ਜਿਹੜਾ ਸਿਰ ਸੀ, ਜਿਹੜੀ ਪ੍ਰਤਿਗਿਆ ਕੀਤੀ ਸੀ ਵੀ ਤੁਹਾਡੇ ਧਰਮ ਦੀ ਜਿਵੇਂ ਕਿਵੇਂ ਹੋਵੇ ਅਸੀਂ ਰੱਖਿਆ ਕਰਾਂਗੇ, ਸਾਡਾ ਨਾਂ ਲੈ ਦਿਓ, ਦਿਓ। ਸਿਰ ਨਹੀਂ ਦਿੱਤਾ ਹੈ, ਜਿਹੜੀ ਪ੍ਰਤਿਗਿਆ ਨੂੰ ਖਾਲੀ ਨਹੀਂ ਜਾਣ ਦਿੱਤਾ ਜਾਂਦਾ। ਸਿਰ ਜਿਹੜਾ ਹੱਠ ਹੈ ਉਹ ਨਹੀਂ ਜਾਣਾ, ਹੱਠ ਨਹੀਂ ਗਵਾਇਆ, ਸੀਸ ਦੇ ਦਿੱਤਾ ਹੈ। ਔਰ ਇਸੇ ਤਰ੍ਹਾਂ ਸਿਰ ਦਾ ਸਿਦਕ ਭਰੋਸਾ ਹੈ, ਉਹ ਨਹੀਂ ਜਾਣਦਾ ਹੈ, ਭਰੋਸੇ ਵਿੱਚ ਕਾਇਮ ਰਹੇ। ਇਸੇ ਤਰ੍ਹਾਂ ਵੀ ਉਹ ਜਿਹੜਾ ਕੋਈ ਸਿਰ ਸੀ, ਆਪ ਜੀ ਨੇ ਹੱਠ ਧਾਰਿਆ ਸੀ, ਉਹ ਕਹਿੰਦਾ ਸੀ ਔਰੰਗਜ਼ੇਬ ਜਾਂ ਤਾਂ ਮੁਸਲਮਾਨ ਬਣ ਜਾਓ, ਜਾਂ ਤੁਹਾਡੇ ਜਿਵੇਂ ਘਰ ਦਾ ਰਾਮ ਰਾਇਆ ਉਹ ਮੈਨੂੰ ਕਰਾਮਾਤਾਂ ਦਿਖਾਉਂਦਾ, ਉਹ ਕਰਾਮਾਤਾਂ ਦਿਖਾਓ, ਨਹੀਂ ਤਾਂ ਫਿਰ ਤੀਜਾ ਵੀ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ।
ਇਹ ਮਹਾਰਾਜ ਨੇ ਕਿਹਾ ਸੀ ਜਿਹੜਾ ਧਰਮ ਹੈ ਸਾਨੂੰ ਆਪੋ ਆਪਣਾ ਪਿਆਰਾ ਹੈ। ਇਹ ਸਾਡਾ ਜਿਹੜਾ ਧਰਮ ਹੈ ਗੁਰੂ ਨਾਨਕ ਸਾਹਿਬ ਦਾ ਅਕਾਲੀ ਧਰਮ ਹੈ। ਅਸੀਂ ਤਾਂ ਉਸ ਧਰਮ ਨੂੰ ਧਾਰਨ ਕੀਤਾ ਤੇ ਉਹਦਾ ਪ੍ਰਚਾਰ ਕਰ ਰਹੇ। ਉਹ ਆਪਣਾ ਅਕਾਲੀ ਧਰਮ ਕਿਵੇਂ ਛੱਡ ਜਾਏ, ਇਹ ਨਹੀਂ ਹੋ ਸਕਦਾ ਹੈ। ਬਾਕੀ ਹੈ ਵੀ ਜਿਹੜਾ ਤੂੰ ਕਰਾਮਾਤ ਕਹਿੰਦਾ ਉਹ ਤਾਂ ਕਹਿਰ ਦਾ ਨਾਂ ਹੈ। ਸਤ ਸਾਧੂ ਕਹਿੰਦੇ ਵੀ ਕਹਿਰ ਕਰਨਾ ਹੁੰਦਾ ਹੈ, ਉਹ ਨਹੀਂ ਅਸੀਂ ਕਰਾਂਗੇ। ਤੀਜਾ ਹੈ ਵੀ ਜਿਹੜਾ ਕਹਿੰਦਾ ਵੀ ਤੈਨੂੰ ਖਤਮ ਕਰ ਦਿੱਤਾ, ਉਹ ਕੋਈ ਸੰਸਾਰ ਤੇ ਸਦਾ ਨਹੀਂ ਰਿਹਾ ਹੈ। ਉਹ ਕਿਸੇ ਦਿਨ ਉਹਨੇ ਇੱਥੋਂ ਜਾਣਾ ਹੀ ਜਾਣਾ। ਫਿਰ ਕੀ ਹੈ ਜੇ ਇਸ ਬਹਾਨੇ ਹੀ ਸਾਡਾ ਸਰੀਰ ਚਲੇ ਜਾਏ ਤੇ ਉਹ ਅਸੀਂ ਕੋਈ ਮਰਨੋਂ ਨਹੀਂ ਡਰਦੇ ਹਾਂ। ਵੀ ਇਸ ਤਰ੍ਹਾਂ ਫਿਰ ਆਪ ਜੀ ਨੇ ਕਹਿੰਦੇ ਉਹ ਸ਼ਹਾਦਤ ਦੇ ਦਿੱਤੀ, ਅਸੀਂ ਤੱਕ ਨਹੀਂ ਕੀਤੀ ਹੈ। ਤੇ ਇਸੇ ਤਰ੍ਹਾਂ ਆਪਣਾ ਜਿਹੜੀ ਕਰਾਮਾਤ ਨਹੀਂ ਦਿੱਤੀ ਹੈ, ਆਪਣੀ ਪ੍ਰਤਿਗਿਆ ਨੂੰ ਖਾਲੀ ਨਹੀਂ ਜਾਣ ਦਿੱਤਾ ਹੈ। ਜੇ ਤੁਸੀਂ ਸਿੰਘ ਹੋਏ ਹੋ, ਕਹੋ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੀਸ ਨਾ ਦਿੰਦੇ ਤੇ ਸਗੋਂ ਕਰਾਮਾਤ ਦਿਖਾ ਦਿੰਦੇ, ਤੇ ਫਿਰ ਨਾ ਤਾਂ ਉਹਨਾਂ ਨੂੰ ਆਪ ਕੁਰਬਾਨੀ ਦੇਣੀ ਪੈਣੀ ਸੀ, ਤੇ ਬਾਕੀ ਜਦੋਂ ਕਰਾਮਾਤ ਦਿਖਾਉਂਦੇ ਔਰੰਗਜ਼ੇਬ ਨੇ ਉਹਨਾਂ ਦਾ ਮੁਰੀਦ ਸੇਵਕ ਬਣ ਜਾਣਾ ਸੀ। ਤੇ ਜਦੋਂ ਸੇਵਕ ਬਣ ਜਾਣਾ ਫਿਰ ਮਹਾਰਾਜ ਦੀ ਹੋਰ ਪ੍ਰਭਤਾ ਵਧਦੀ, ਹੋਰ ਵਡਿਆਈ ਬਣ ਜਾਂਦੀ ਵੀ ਔਰੰਗਜ਼ੇਬ ਵੀ ਮਹਾਰਾਜ ਦਾ ਸੇਵਕ ਬਣ ਗਿਆ। ਇਸ ਕਰਕੇ ਵੀ ਮਹਾਰਾਜ ਨੇ ਠੀਕ ਨਹੀਂ ਕੀਤਾ, ਕੁਰਬਾਨੀ ਦਿੱਤੀ, ਉਹ ਕਰਾਮਾਤ ਦਿਖਾ ਦਿੰਦੇ, ਸਾਰੀ ਗੱਲ ਬਣ ਜਾਣੀ ਜਣ ਜਾਂਦੀ ਵੀ ਸਾਡੇ ਪਿਤਾ ਨੇ ਤਾਂ ਇਹ ਸਮਝਿਆ ਸੀ। ਔਰ ਉਹਨਾਂ ਦੇ ਸਮੇਂ ਪੁੱਛਣ ਵਾਲਿਆਂ ਨੂੰ ਵੀ ਕਿਹਾ ਸੀ ਤੇ ਔਰੰਗਜ਼ੇਬ ਨੂੰ ਵੀ ਕਰਤਾ ਵੀ ਅਸੀਂ ਨਹੀਂ ਇਹ ਨਾਟਕ ਚੇਟਕ ਦਿਖਾ ਸਕਦੇ। ਇਹ ਨਾਟਕ ਕੋਈ ਸਵਾਂਗ ਜਾਂ ਧਾਰਨ ਕਰਕੇ ਤੇ ਉਹ ਦਿਖਾਉਣਾ, ਉਹ ਕਿਤੇ ਕੁਝ ਬਣ ਜਾਣਾ ਕੱਪੜੇ ਦੇ ਪਾ ਕੇ, ਕੁਝ ਬਣਾ ਜਿਵੇਂ ਆਬੜ ਰੂਪ ਕੇ ਲੋਕ ਹੁੰਦੇ ਹੈ। ਹੁਣ ਵੀ ਜਿਹੜਾ ਕੋਈ ਨਾਟਕ ਜਿਹਾ ਦਿਖਾਉਂਦੇ ਆ ਨਾ, ਉਹ ਕਨਾਤ ਦੇ ਪਿੱਛੇ ਤਰ੍ਹਾਂ ਤਰ੍ਹਾਂ ਦੇ ਬਣ ਕੇ ਆਈ ਜਾਂਦੇ ਆ। ਇਸ ਤਰ੍ਹਾਂ ਜਿਵੇਂ ਸਿੱਧ ਲੋਕ ਵੀ ਆਪਣੇ ਸਿੱਧੀ ਦੇ ਬਲ ਦੇ ਨਾਲ ਕਿਤੇ ਕੁਝ ਬਣ ਜਾਂਦੇ ਸੀ, ਕਦੇ ਕੁਝ, ਕੋਈ ਸੱਪ ਬਣ ਕੇ ਪੁਕਾਰੇ ਮਾਰਦਾ, ਕੋਈ ਸ਼ੇਰ ਮਾਰ ਕੇ ਭੁੰਗਾਰੇ ਮਾਰਦਾ ਸੀ, ਕੋਈ ਆਕਾਸ਼ ਵਿੱਚ ਉੱਡ ਕੇ ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਕੱਢਦਾ ਸੀ, ਕੋਈ ਹਰਨ ਦੀ ਖਲ 'ਤੇ ਚੜ੍ਹੇ ਉਹਨੇ ਭਜਾਉਂਦਾ ਆਉਂਦਾ ਸੀ। ਇਸ ਤਰ੍ਹਾਂ ਜਿਹੜਾ ਨਾਟਕ ਜਿਹਾ ਕਰਨਾ, ਤਮਾਸ਼ਾ ਜਿਹਾ ਕਰਨਾ, ਸਵਾਂਗ ਜਿਹਾ ਦਿਖਾਉਣਾ ਹੈ, ਤੇ ਚੇਟਕ ਨਾ ਜਾਦੂ ਦਾ ਹੈ। ਉਹ ਇਸ ਤਰ੍ਹਾਂ ਜਿਵੇਂ ਹੱਥ ਫੇਰੀ ਜੀ ਹੈਗੀ ਨਾ, ਆ ਜਾਦੂ ਵਾਲੇ ਕਰਦੇ ਹੈ। ਮਹਾਰਾਜ ਕਹਿੰਦਾ ਵੀ ਇਸ ਤਰ੍ਹਾਂ ਜਿਹੜਾ ਵੀ ਕੋਈ ਨਾਟਕ ਚੇਟਕ ਕਰਨੇ, ਇਹ ਤਾਂ ਕੁਕੱਜ ਹੈ, ਬੁਰਾ ਕਰਮ ਹੈ, ਖੋਟਾ ਕਰਮ ਹੈ। ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜੇ ਪਰਮੇਸ਼ਰ ਦੇ ਲੋਕ ਹੈ, ਸਾਧੂ ਸੰਤ, ਉਹਨਾਂ ਨੂੰ ਤਾਂ ਇਹ ਨਾਟਕ ਚੇਟਕ ਕਰਦਿਆਂ ਕੋਈ ਸਿੱਧੀ ਦੇ ਬਲ ਦੇ ਨਾਲ ਕੋਈ ਸ਼ੇਰ ਬਣ ਕੇ ਜਾਂ ਸੱਪ ਬਣ ਕੇ ਫੁੰਗਾਰੇ ਜੇ ਮਾਰਦੇ ਆ, ਕਹਿੰਦੇ ਸ਼ਰਮ ਆਉਂਦੀ ਹੈ। ਇਸੇ ਤਰ੍ਹਾਂ ਜਿਹੜਾ ਕੋਈ ਜਾਦੂ ਜੂਜੂ ਜਿਹਾ ਕਰਨਾ, ਜਿਵੇਂ ਜਾਦੂ ਲੋਕ ਦਿਖਾਉਂਦੇ ਨਾ, ਬੜੇ ਰੁਪਈਏ ਜਿਹੇ ਦਿਖਾ ਦਿੰਦੇ ਨੇ ਸਿਰ ਦੇ, ਹੁੰਦਾ ਕੁਛ ਨਹੀਂ ਹੈ। ਉਹ ਨਿਗਾਹ ਜੀ ਬੰਦ ਦਿੱਤੀ ਜਾਂਦੀ ਹੈ। ਉਹ ਜਿਹਨਾਂ ਦੀ ਨਿਗਾਹ ਬੰਦੀ ਹੈ, ਜਿਵੇਂ ਉਹ ਚਾਹੁੰਦੇ ਉਵੇਂ ਉਹਨਾਂ ਨੂੰ ਦਿਸੀ ਜਾਂਦਾ ਹੁੰਦਾ ਹੈ। ਇਸ ਤਰ੍ਹਾਂ ਪਰਮੇਸ਼ਰ ਦੇ ਲੋਕਾਂ ਨੂੰ ਇਹ ਕਹਿੰਦੇ ਸ਼ਰਮ ਆਉਂਦੀ ਹੈ। ਦੋਹਰਾ ਠੀਕਰ ਫੋਰ ਦਿੱਲੀ ਸ਼ਸਰ। ਇਸ ਕਰਕੇ ਸਾਡੇ ਪਿਤਾ ਨੇ ਸਰੀਰ ਰੂਪੀ ਜਿਹੜਾ ਠਿਕਰਾ ਟੁੱਟ ਜਾਣ ਵਾਲਾ ਹੈ, ਇਹ ਦਿੱਲੀ ਦਾ ਜਿਹੜਾ ਈਸ਼ਰ ਮਾਲਕ ਸੀ ਔਰੰਗਜ਼ੇਬ, ਉਹਦੇ ਸਿਰ 'ਤੇ ਭੰਨ ਕੇ ਸਰੀਰ ਰੂਪੀ ਠਿਕਰੇ ਤਾਈ ਪ੍ਰਭਪੁਰ ਕੀਆ ਪਿਆਨ। ਸਾਡੇ ਪਿਤਾ ਨੇ ਪਰਮੇਸ਼ਰ ਦਾ ਜਿਹੜਾ ਸ਼ਹਿਰ ਸੱਚਖੰਡ, ਉਹਨੂੰ ਚਾਲਾ ਮਾਰਤਾ, ਚਲੇ ਗਏ ਸੱਚਖੰਡ। ਤੇਗ ਬਹਾਦਰ ਸੀ ਕਿਰਿਆ। ਖਾਲਸਾ ਜੀ, ਜੋ ਗੁਰਦੇਵ ਬਹਾਦਰ ਸਾਹਿਬ ਵਰਗੀ ਜਿਹੜੀ ਕਿਰਿਆ, ਜਿਸ ਤਰ੍ਹਾਂ ਉਹਨਾਂ ਨੇ ਇਹ ਕਹਿੰਦੇ
ਇਹ ਕਿਰਿਆ ਕੀਤੀ, ਕੁਰਬਾਨੀ ਦਿੱਤੀ ਹੈ ਹਿੰਦੂਆਂ ਦੇ ਧਰਮ ਦੀ ਰਕਸ਼ਾ ਲਈ। ਕਰੀ ਨ ਕਿਨਹੂ ਆਨ ਕਿਸੇ ਹੋਰ ਪੀਰ ਪਗੰਬਰ ਨੇ, ਹੋਰ ਦੁਨੀਆ ਦੇ ਅਵਤਾਰ ਨੇ ਬਿਲਕੁਲ ਨਹੀਂ ਕੀਤੀ ਹੈ ਕਿਸੇ ਨੇ ਕਿਸੇ ਦੇ ਧਰਮ ਦੀ ਰਕਸ਼ਾ ਵਾਸਤੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦਾ ਬਲੀਦਾਨ ਦੇ ਦਿੱਤਾ, ਕੁਰਬਾਨੀ ਦੇ ਦਿੱਤੀ, ਕਿਸੇ ਹੋਰ ਨੇ ਨਹੀਂ ਐਸੀ ਕੀਤੀ ਹੈ ਕਿਰਿਆ। ਤੇਗ ਬਹਾਦਰ ਕੇ ਚਲਤ ਕਹਿੰਦੇ ਖਾਲਸਾ ਜੀ ਜਦੋਂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵੀ ਜਾ ਕੇ ਸ਼ਹਾਦਤ ਸ਼ਹੀਦੀ ਦੇਣ ਰੂਪੇ ਕੌਤਕ ਜਾ ਕੀਤਾ, ਕੌਤਕ ਵਰਤਾਇਆ, ਸ਼ਹਾਦਤ ਦੇ ਦਿੱਤੀ। ਭਇਓ ਜਗਤ ਕੋ ਸ਼ੋਕ ਸੰਸਾਰ ਦੇ ਲੋਕਾਂ ਨੂੰ ਬੜਾ ਭਾਰੀ ਸ਼ੋਕ ਗਮ ਹੋਇਆ। ਹੈ ਸਭ ਜਗ ਭਇਓ। ਜਦੋਂ ਆਪ ਜੀ ਨੇ ਸ਼ਹਾਦਤ ਦੇ ਦਿੱਤੀ, ਸੰਸਾਰ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਦੇ ਮੁਖ ਦੇ ਵਿੱਚੋਂ ਵੀ ਹਾਏ ਹਾਏ ਦੀ ਆਵਾਜ਼ ਨਿਕਲੀ, ਹੈ ਕਾਰ ਦਾ ਵਾਜਾ ਆਇਆ। ਜਿਹੜੇ ਕੋਈ ਹਿੰਦੂ ਲੋਕ ਸੀ ਉਹਨਾਂ ਦੇ ਮੁਖ ਤੋਂ ਵੀ ਹੈ ਦੀ ਆਵਾਜ਼ ਨਿਕਲ ਵੀ ਮਾੜਾ ਹੋਇਆ। ਤੇ ਹੋਰ ਜਿਹੜੇ ਕੋਈ ਸਿਆਣੇ ਮੁਸਲਮਾਨ ਸੀ ਉਹਨਾਂ ਦੇ ਮੁਖ ਤੋਂ ਵੀ ਨਿਕਲਿਆ ਵੀ ਬਹੁਤ ਮਾੜਾ ਹੋਇਆ, ਉਹਨਾਂ ਦੇ ਵੀ ਹੈ ਦੀ ਆਵਾਜ਼ ਕੀਤੀ। ਜੈ 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 ਸੁਰ ਲੋਕ। ਇਸ ਤਰ੍ਹਾਂ ਜਿਹੜਾ ਦੇਵ ਲੋਕ ਹੈ ਉਹਦੇ ਵਿੱਚ ਕਹਿੰਦੇ ਜੈ ਜੈਕਾਰ ਦਾ ਵਾਜਾ ਹੋਇਆ। ਇਸ ਮਾਤ ਲੋਕ ਵਿੱਚ ਵੀ ਦੇਵੀ ਗੁਣਾ ਵਾਲੇ ਜਿਹੜੇ ਲੋਕ ਸੀ, ਗੁਣਾ ਵਾਲੇ ਚੰਗੇ ਲੋਕ ਸੀ, ਉਹਨਾਂ ਨੇ ਜੈ ਜੈ ਕੀਤੀ। ਤੇ ਦੇਵ ਲੋਕ ਦੇ ਵਿੱਚ ਵੀ, ਇੰਦਰਪੁਰੀ ਵਿੱਚ ਵੀ ਉਹ ਜੈ ਜੈ ਦਾ ਵਾਜਾ ਹੋਇਆ। ਇਸੇ ਤਰ੍ਹਾਂ ਜਿਹੜਾ ਕੋਈ ਵਿਸ਼ਨੂੰ ਲੋਕ ਉਹਦੇ ਵਿੱਚ ਵੀ, ਜਾਂ ਇੰਦਰ ਲੋਕ ਵਿੱਚ ਵੀ, ਤੇ ਸ਼ਿਵ ਲੋਕ ਵਿੱਚ ਵੀ, ਤੇ ਬ੍ਰਹਮ ਲੋਕ ਵਿੱਚ ਵੀ, ਹਰ ਪਾਸੇ ਜੈ ਜੈਕਾਰ ਦਾ ਆਵਾਜ਼ਾ ਆਇਆ। ਇਹ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਦੀ ਮਹਾਨ ਕੁਰਬਾਨੀ ਦੇਣ ਕਰਕੇ ਹਿੰਦੂਆਂ ਦੇ ਧਰਮ ਦੀ ਰਕਸ਼ਾ ਹੋ ਗਈ ਹੈ। ਆਪ ਜੀ ਦੀ ਮਹਾਰਾਜ ਜੈ ਹੋਈ, ਆਪ ਜੀ ਦੀ ਫਤਿਹ ਹੋਈ, ਆਪ ਜੀ ਦੀ ਜੈ ਜੈਕਾਰ ਹੋਵੇ। ਔਰ ਸਭ ਨੇ ਆਪ ਜੀ ਦੀ ਸਿਫਤ ਸ਼ਲਾਘਾ ਕੀਤੀ ਸੀ। ਇਹ ਆਪਣਾ ਜਿਹੜਾ ਅੰਸ਼ ਵੰਸ਼ ਦਾ ਸਾਰਾ ਪ੍ਰਸੰਗ ਹੈ ਉਹ ਪਹਿਲਾਂ ਕਿਹਾ ਸੀ ਵੀ ਅਸੀਂ ਸੰਖਿਪਤ ਨਾਲ ਸੁਣਾਵਾਂਗੇ। ਉਹ ਪੰਜਵੇਂ ਅਧਿਆਇ ਵਿੱਚ ਹੀ ਆਪ ਜੀ ਨੇ ਸੁਣਾਇਆ। ਇੱਥੇ 16 ਪੌੜੀਆਂ ਵਿੱਚ ਸਾਰਾ ਇਹ ਅਧਿਆਇ ਪੂਰਾ ਹੋ ਗਿਆ। ਇਸ ਕਰਕੇ ਅਖੀਰ 'ਤੇ ਲਿਖਿਆ ਹੈ, ਇਤ ਸ੍ਰੀ ਵਿਚਿੱਤਰ ਨਾਟਕ ਗ੍ਰੰਥੇ ਇਤੀ ਹੋਇਆ ਸਭਾਏ ਮਾਨ। ਵਿਚਿੱਤਰ ਨਾਟਕ ਨਾਮ ਦਾ ਗ੍ਰੰਥ ਪਾਤਸ਼ਾਹੀ ਵਰਣਨ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪਾਤਸ਼ਾਹੀ ਉਹਦਾ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਕਿਹੜਾ ਗੁਰੂ ਪਾਤਸ਼ਾਹ ਹੋਇਆ, ਕਿਹੜਾ ਉਹਦਾ ਕਥਨ ਕੀਤਾ ਗਿਆ। ਇਸ ਤਰ੍ਹਾਂ ਇਹ ਪੰਜਵਾਂ ਅਧਿਆਇ ਤੇ ਧਿਆਏ ਊੜਾ ਬਣਾਇਆ ਹੋਇਆ। ਪੰਜਵਾਂ ਧਿਆਓ ਸਮਾਪਤ ਮਸਤ ਸੋ ਮਸ। ਪੰਜਵਾਂ ਧਿਆਏ ਤੇ ਸਮਾਪਤ ਅਸਤ ਕੀ ਹੋਇਆ, ਮਸ ਦਾ ਅਰਥ ਹੈ ਸਮਾਪਤ ਹੈ। ਤੇ ਸੋ ਮਸਤ ਕਹਿੰਦੇ ਐਨ ਸੋ ਕੀ ਸ੍ਰੇਸ਼ਟ ਮਸਤ ਕੀ ਹੈ, ਸੰਪੂਰਨ ਹੋਇਆ, ਸੰਪੂਰਨ ਹੈ। ਅਫਜੂ ਦਾ ਅਰਥ ਹੈ ਵੀ ਇੱਥੇ ਜੋੜ ਇੰਨਾ ਹੋ ਗਿਆ। 215 ਪੌੜੀਆਂ ਇੱਥੇ ਹੋ ਗਈਆਂ। ਜਾਂ ਅਫਜੂ ਦਾ ਮਤਲਬ ਹੈ ਵੀ ਅੱਗੇ ਚੱਲਦਾ ਇਹ ਪ੍ਰਸੰਗ ਹੈ ਜੀ, ਇਹ ਮੁੱਕਿਆ ਨਹੀਂ ਹੈ। ਅੱਗੇ ਚੱਲਿਆ ਗਿਆ, ਆਪਣੀ ਕਥਾ ਕਹਿਣਗੇ ਵੀ ਅਸੀਂ ਕਿਵੇਂ ਇਸ ਸੰਸਾਰ ਦੇ ਵਿੱਚ ਆਏ, ਸਾਨੂੰ ਕਿਹਨੇ ਇੱਥੇ ਹੁਕਮ ਕਰਕੇ ਭੇਜਿਆ। ਉਹ ਪ੍ਰਸੰਗ ਜਿਵੇਂ ਵੀ ਅਗਲੇ ਅਧਿਆਇ ਵਿੱਚ ਗੁਰੂ ਕਲਗੀਧਰ ਜੀ ਨੇ ਕਿਹਾ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਪੜ੍ਹਾ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ ਜੈ 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 ਸੁਰ ਲੋਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश, हे पूरन हे सर्वमय दुख भंजन गुणसास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे है पियो बनहार, हे संतां का सदा संग निधाराया आधार, हे ठाकुर हों दासरो मैं निर्गुण गुण नहीं कोई, नानक दीजै नाम दान रखो ही है परोय। आए प्रभ शरणागति कृपा निध दयाल, एक ही अखर हर मन वसत नानक होत निहाल। वाहिगुरु नाम जहाजे है चढ़े सो तरे पार, जो सरदा कर सेवंदे गुरु पारे उतारन हार, जो सरदा कर सेवंदे गुरु पारे उतारन हार। तू ठाकुर तुम